ਪਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਅਮਰ ਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰ ਰਾਮਦਾਸ ਗੁਣ ਗਾਵੋ ਸ਼੍ਰੀ ਹਰਿ ਜਨ ਬਿਘਨਾ ਕੇ ਨਾਸਕ ਬਿਘਨਾ ਕੇ ਨਾਸਕ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ ਨਾਮੋ ਕਰ ਜੋਰੇ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਹਰੋਂ ਤਹਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧਾ ਬੰਦੋਂ ਕਰ ਅਨੁਰਾਗ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨਾ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨਾ ਵਿਨਾਸ਼ਨ ਸੋਏ ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰੱਖਿਅਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਦਸਮੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ
ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸੱਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਤਾਨ ਦੇ ਵਿੱਚ ਕਾਬਲ ਕੰਧਾਰ ਮੁਲਤਾਨ ਆਦਿਕ ਦੀ ਸਤਿਗੁਰੂ ਮਹਾਰਾਜ ਜੀ ਯਾਤਰਾ ਦੇ ਉੱਤੇ ਹਨ। ਇੱਕ ਬਹੁਤ ਵੱਡਾ ਨਗਰ, ਉਹਦੇ ਬਾਰ-ਬਾਰ ਸਤਿਗੁਰੂ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ। ਬਹੁਤ ਚਿਰ ਸਤਿਗੁਰੂ ਮਹਾਰਾਜ ਜੀ ਨਗਰ ਦੇ ਬਾਰ-ਬਾਰ ਬੈਠ ਕਰਕੇ ਖੁਦਾ ਦੀ ਸਿਫਤ ਕਰਨੀ ਕੀਤੀ। ਇੱਕ ਸ਼ਹਿਰੀ ਬੰਦਾ ਜਿਹੜਾ ਹੈ ਉਹ ਮਹਾਰਾਜ ਜੀ ਦੇ ਕੋਲ ਆਇਆ। ਉਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਕਿ ਆ ਸਤਿਗੁਰੂ ਮਹਾਰਾਜ ਕੌਣ ਹੋ ਤੁਸੀਂ, ਕਿੱਥੋਂ ਆਏ ਹੋ, ਇੱਥੇ ਕੀ ਕੰਮ ਹੈ, ਕਿਉਂ ਨਗਰ ਦੇ ਬਾਰ-ਬਾਰ ਬੈਠੇ ਹੋਏ ਹੋ। ਅਗੋਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਇੱਥੇ ਇੱਕ ਬੰਦਾ ਰਹਿੰਦਾ ਹੈ ਮਾਨ ਚੰਦ ਤੇ ਅਸੀਂ ਉਹਨੂੰ ਮਿਲਣਾ ਚਾਹੁੰਦੇ ਹਾਂ, ਇਸ ਕਰਕੇ ਬਾਰ-ਬਾਰ ਬੈਠੇ ਹੋਏ। ਉਹ ਭਲਾ ਮਾਨਸ ਕਹਿਣ ਲੱਗਾ ਕਿ ਜੇ ਉਹਨੂੰ ਮਿਲਣਾ ਤੇ ਬਾਹਰ ਕਿਉਂ ਬੈਠੇ ਹੋ, ਜਾਓ ਨਗਰ ਦੇ ਵਿੱਚ ਜਾਓ ਤੇ ਮੈਂ ਤੁਹਾਨੂੰ ਪਤਾ ਦੱਸਦਾ ਹਾਂ ਫਲਾਨੀ ਆਮ ਕੀ ਗਲੀ ਦੇ ਵਿੱਚ ਉੱਥੇ ਉਹ ਬੰਦਾ ਮਾਨਚੰਦ ਖੱਤਰੀ ਰਹਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਅਸੀਂ ਨਗਰ ਦੇ ਵਿੱਚ ਤਾਂ ਨਹੀਂ ਜਾਣਾ, ਉਹ ਮਾਨਚੰਦ ਖੱਤਰੀ ਸਾਡੇ ਕੋਲ ਉਹਨੇ ਆਪ ਆ ਕਰਕੇ ਇੱਥੇ ਮਿਲਣਾ ਤਾਂ ਉਹਨੂੰ ਅਸੀਂ ਮਿਲਣਾ ਹੈ। ਇਹ ਜਦੋਂ ਬਚਨ ਕੀਤਾ ਉਹ ਵਿਅਕਤੀ ਜਿਹੜਾ ਚੱਲ ਗਿਆ ਤੇ ਜਾ ਕਰਕੇ ਮਾਨਚੰਦ ਨੂੰ ਬਚਨ ਕੀਤਾ। ਮਹਾਰਾਜ ਜੀ ਨੇ ਕਿਹਾ ਨਾ ਜਿਨ ਕੀਆ ਤਿਨ ਦੇਖਿਆ, ਕਿਆ ਕਹੀਐ ਰੇ ਭਾਈ, ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ। ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ। ਇਹ ਮਹਾਰਾਜ ਜੀ ਨੇ ਤਿਲੰਗ ਰਾਗ ਦਾ ਸ਼ਬਦ ਉਚਾਰਨ ਕਰਨਾ ਕੀਤਾ। 10 ਇਹਦੀਆਂ ਪੌੜੀਆਂ ਹਨ, 10 ਇਹਦੇ ਬੰਦ ਹਨ। ਇਹਨਾਂ 10 ਪੌੜੀਆਂ ਦੇ ਵਿੱਚੋਂ ਕੱਲ ਦੇ ਦੀਵਾਨ ਦੇ ਵਿੱਚ 5 ਪੌੜੀਆਂ ਦੀ ਆਪਾਂ ਨੇ ਵਿਚਾਰ ਨੂੰ ਸਰਵਣ ਕੀਤਾ ਸੀ। ਆਓ ਅੱਗੇ ਸਤਿਗੁਰੂ ਮਹਾਰਾਜ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਮਾਨਚੰਦ ਦੇ ਪ੍ਰਥਾਏ ਕੀ ਮਹਾਰਾਜ ਜੀ ਬਚਨ ਕਰਦੇ ਹਨ। ਜੋ ਉਪਦੇਸ਼ ਸਾਂਝੀ ਸਗਲ ਜਹਾਨੈ, ਸਾਰਿਆਂ ਵਾਸਤੇ ਜੋ ਸਾਂਝਾ ਉਪਦੇਸ਼। ਆਓ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਉਹ ਪਾਵਨ ਉਪਦੇਸ਼ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਆਪਣੀ ਹਾਜ਼ਰੀ ਨੂੰ ਲਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹੁਕਮ ਪਛਾਣੈ ਨਾਨਕ। ਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਜਿਹੜਾ ਹੈ ਮਾਨਚੰਦ ਦੇ ਪ੍ਰਤੀ ਉਚਾਰਨ ਕਰਨਾ ਕੀਤਾ। ਇਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ। ਦੂਜੇ ਬੰਦ ਦੇ ਵਿੱਚ ਮਹਾਰਾਜ ਨੇ ਕਿਹਾ ਨਾ ਕਿ ਪਛੋਤਾਵਾ ਨਾ ਮਿਲੈ, ਕਿ ਬਾਦ ਦੇ ਵਿੱਚ ਭਾਈ ਹੁਣ ਇਹ ਅਵਸਰ ਹੈ, ਫਿਰ ਇਹ ਅਵਸਰ ਚਰੈ ਨਾ ਹਾਥਾ, ਫਿਰ ਇਹ ਅਵਸਰ ਦੀ ਦੁਬਾਰਾ ਤੈਨੂੰ ਪ੍ਰਾਪਤੀ ਨਹੀਂ ਹੋਵੇਗੀ। ਇਸ ਕਰਕੇ ਬਾਦ ਦੇ ਵਿੱਚ ਪਛਤਾਪ ਕਰਨ ਦੇ ਨਾਲੋਂ ਤੂੰ ਹੁਣੇ ਹੀ ਪਰਮਾਤਮਾ ਦਾ ਤੂੰ ਜਸ ਕਰਨਾ ਕਰ। ਫਿਰ ਸਤਿਗੁਰੂ ਮਹਾਰਾਜ ਜੀ ਨੇ ਤੀਜੇ ਬੰਦ ਦੇ ਵਿੱਚ ਉਚਾਰਨ ਕਰਨਾ ਕੀਤਾ ਕਿ ਜਿਨ੍ਹਾਂ ਸਖੀਆਂ ਨੇ ਜੋ ਜਗਿਆਸੂਆਂ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਕੀਤੀ ਤੇ ਉਹ ਕਿਹੜੇ ਗੁਣ ਹਨ, ਮੈਂ ਵੀ ਉਹ ਗੁਣਾਂ ਦਾ ਧਾਰਨੀ ਬਣਨਾ ਕਰਾਂ। ਦੋਸ਼ ਮੇਰੇ ਵਿੱਚ ਹਨ, ਪਰਮਾਤਮਾ ਦੇ ਵਿੱਚ ਕੋਈ ਦੋਸ਼ ਨਹੀਂ ਹੈ।
ਤੇ ਅਗੇ ਮਹਾਰਾਜ ਜੀ ਨੇ ਚੌਥੇ ਬੰਦ ਦੇ ਵਿੱਚ ਉਚਾਰਨ ਕੀਤਾ, ਜਿਨੀ ਸਖੀ ਸਹੁਰਾਵਿਆ ਤਿਨ ਪੁੱਛਾਂਗੀ ਜਾਏ। ਜਿਨ੍ਹਾਂ ਸਖੀਆਂ ਨੇ ਭਾਵ ਕੇ ਜਿਨ੍ਹਾਂ ਜਿਗਿਆਸੂਆਂ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਕੀਤੀ, ਉਹਨਾਂ ਨੂੰ ਜਾ ਕਰਕੇ ਮੈਨੇ ਪੁੱਛਣਾ ਹੈ। ਪਾਏ ਲਗਾਉ ਬੇਨਤੀ ਕਰਾਂ ਲਿਆਉਂਗੀ ਪੰਥ ਬਤਾਏ, ਕਿ ਉਹ ਜਿਹੜਾ ਕਿਹੜਾ ਮਾਰਗ ਹੈ, ਕਿਹੜਾ ਪੰਥ ਹੈ, ਮੈਂ ਉਹਨਾਂ ਦੇ ਕੋਲ ਜਾ ਕਰਕੇ ਪੁੱਛਣਾ ਹੈ, ਬੇਨਤੀ ਕਰਨੀ ਹੈ ਕਿ ਹਰ ਕੇ ਸੰਤ ਬਤਾਵਹੁ ਮਾਰਗ ਹਮ ਪੀਛੇ ਲਾਗ ਚਲੀ। ਉਹ ਮਾਰਗ ਪ੍ਰਮਾਤਮਾ ਦਾ ਸਾਨੂੰ ਆਪ ਜੀ ਦੱਸਣਾ ਕਰੋ। ਹੁਣ ਇਹ ਪੰਜਵੇਂ ਪੰਥ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕਰਨਾ ਕੀਤਾ ਕਿ ਪ੍ਰਮਾਤਮਾ ਦਾ ਹੁਕਮ ਜਿਹੜਾ ਹੈ, ਜਿਸ ਤਰ੍ਹਾਂ ਇੱਕ ਇਸਤਰੀ ਜਿਹੜੀ ਹੈ ਆਪਣੇ ਪਤੀ ਦੇ ਮਿਲਾਪ ਦੇ ਵਾਸਤੇ ਉਹ ਸ਼ਿੰਗਾਰ ਕਰਦੀ ਹੈ, ਕਿ ਉਹ ਸ਼ਿੰਗਾਰ ਮਿਲਨ ਕੈ ਤਾਈ ਹਰ ਨਾ ਮਿਲੈ ਜਗ ਜੀਵਨ ਦੁਸ ਗੁਸਾਈ। ਹਰ ਮੇਰੋ ਪੇਰ ਹਉ ਹਰ ਕੀ ਬਹੋਰੀਆ, ਰਾਮ ਬੜੇ ਮੈਂ ਤਨਕ ਲਾਹੌਰੀਆ। ਕਿ ਪਰਮਾਤਮਾ ਨੂੰ ਵੀ ਮਿਲਣ ਵਾਸਤੇ ਜਿਸ ਤਰ੍ਹਾਂ ਇੱਕ ਬੀਬੀ ਜੋ ਹੈ, ਇੱਕ ਬੱਚੀ ਜੋ ਹੈ ਆਪਣੇ ਪਤੀ ਨੂੰ ਮਿਲਣ ਦੇ ਵਾਸਤੇ, ਉਹਨੂੰ ਰਿਝਾਉਣ ਦੇ ਵਾਸਤੇ ਉਹ ਸ਼ਿੰਗਾਰ ਕਰਦੀ ਹੈ। ਪਿਆਰਿਓ, ਇੱਥੇ ਬੁੱਲੇ ਸ਼ਾਹ ਦਾ ਇੱਕ ਬਚਨ ਚੇਤੇ ਆ ਰਿਹਾ ਹੈ। ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਬੁੱਲੇ ਸ਼ਾਹ ਜੀ ਲੰਘ ਰਹੇ ਸਨ ਤੇ ਇੱਕ ਬੱਚੀ ਜੋ ਹੈ, ਨੌ ਵਿਆਹਤਾ ਬੱਚੀ, ਉਹ ਪੱਟੀ ਗੁੰਦ ਰਹੀ ਸੀ, ਆਪਣੀ ਮਾਂਗ ਗੁੰਦ ਰਹੀ ਸੀ, ਸ਼ਿੰਗਾਰ ਕਰ ਰਹੀ ਸੀ। ਬੁੱਲੇ ਸ਼ਾਹ ਨੇ ਪੁੱਛਣਾ ਕੀਤਾ ਕਿ ਬੀਬੀਓ ਇੰਨਾ ਸ਼ਿੰਗਾਰ ਕਿਉਂ ਕਰ ਰਹੇ ਹੋ? ਤੇ ਅੱਗੋਂ ਉਹਨਾਂ ਸਿਆਣੀਆਂ ਬੀਬੀਆਂ ਨੇ ਦੱਸਿਆ ਕਿ ਬਾਬਾ ਜੀ ਹੁਣ ਅੱਜ ਇਹ ਜੋ ਬੱਚੀ ਹੈ, ਇਹਦਾ ਪਤੀ ਪਰਦੇਸ ਗਿਆ, ਉਹਦਾ ਪਤੀ ਆਉਣ ਵਾਲਾ ਹੈ, ਉਹਨੂੰ ਰਿਝਾਉਣ ਦੇ ਵਾਸਤੇ, ਉਹਨੂੰ ਪ੍ਰਸੰਨ ਕਰਨ ਵਾਸਤੇ ਇਹ ਬੱਚੀ ਸ਼ਿੰਗਾਰ ਕਰ ਰਹੀ ਹੈ। ਉਸੇ ਵੇਲੇ ਮਨ ਜਿਹੜਾ ਹੈ ਗਦਗਦ ਹੋ ਗਿਆ, ਦ੍ਰਿਸ਼ਟਾਂਤਤਾ ਸੰਸਾਰ ਦਾ ਪ੍ਰਾਪਤ ਹੋਇਆ ਤੇ ਮਨ ਨੂੰ ਉਹਨਾਂ ਨੇ ਸਿੱਖਿਆ ਦਿੱਤੀ ਹੈ ਕਿ ਮਨਾ, ਜਿਸ ਤਰ੍ਹਾਂ ਇੱਕ ਇਸਤਰੀ, ਇੱਕ ਬੱਚੀ ਆ ਜਿਹੜੀ ਹੈ ਆਪਣੇ ਪਤੀ ਨੂੰ ਰਿਝਾਉਣ ਵਾਸਤੇ ਸ਼ਿੰਗਾਰ ਕਰਦੀ ਹੈ, ਮੈਨੂੰ ਵੀ ਆਪਣਾ ਪਤੀ ਮਾਲਕ ਪ੍ਰਮਾਤਮਾ ਖੁਦਾ ਨੂੰ ਰਿਝਾਉਣ ਵਾਸਤੇ ਸ਼ਿੰਗਾਰ ਕਰਨਾ ਚਾਹੀਦਾ। ਲੇਕਿਨ ਇਹ ਬਾਹਰੀ ਸ਼ਿੰਗਾਰ ਹੈ ਤੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਮੈਨੂੰ ਗੁਣਾਂ ਦਾ ਸ਼ਿੰਗਾਰ ਕਰਨਾ ਪਵੇਗਾ। ਇਸ ਤਰ੍ਹਾਂ ਹੀ ਭਾਈ, ਜਦੋਂ ਰੱਬ ਦੀ ਪ੍ਰਾਪਤੀ ਕਰਨੀ ਹੋਵੇ ਤੇ ਗੁਣਾਂ ਦਾ ਸ਼ਿੰਗਾਰ ਕਰਨਾ ਪੈਂਦਾ। ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਹੁਕਮ ਪਛਾਣੈ ਨਾਨਕਾ। ਤੇ ਪ੍ਰਮਾਤਮਾ ਦਾ ਹੁਕਮ ਨੂੰ ਮੰਨਣਾ ਹੈ, ਭਉ ਚੰਦਨ ਲਾਵੈ। ਤੇ ਪ੍ਰਮਾਤਮਾ ਦੇ ਭੈ ਦੇ ਵਿੱਚ ਰਹਿਣਾ, ਇਹ ਤਨ ਦੇ ਉੱਤੇ ਚੰਦਨ ਲਾਣਾ ਜਾਣਨਾ ਕਰੋ, ਇਹ ਚੰਦਨ ਦਾ ਸ਼ਿੰਗਾਰ ਸਮਝਣਾ ਕਰੋ। ਗੁਣ ਕਾਮਣ ਕਾਮਣ ਕਰੈ, ਤਉ ਪਿਆਰੇ ਕਉ ਪਾਵੈ। ਅੱਗੇ ਮਹਾਰਾਜ ਜੀ ਨੇ ਪੰਕਤੀ ਦੇ ਵਿੱਚ ਬਚਨ ਕਰਨਾ ਕੀਤਾ, ਗੁਣ ਕਾਮਣ ਕਾਮਣੀ ਕਰੈ। ਅਸਲ ਦੇ ਵਿੱਚ ਦੂਜਾ ਜੋ ਕਾਮਣ ਹੈ, ਪਾਠ ਪਿਆਰਿਓ ਦੋਵਾਂ ਨੂੰ ਵੀ ਕਾਮਣ ਕਰਨਾ ਚਾਹੀਦਾ। ਹਾਂ, ਜੋ ਲਘੂ ਮਾਤਰਾ ਹੈ, ਜਿਸ ਤਰ੍ਹਾਂ ਸਿਆਰੀ ਹੋ ਗਿਆ, ਔਂਕੜ ਹੋ ਗਿਆ, ਤੇ ਜਦੋਂ ਆਪਾਂ ਤਾਂ ਪਿਆਰਿਓ ਉਹਦਾ ਸਪਸ਼ਟੀਕਰਨ ਹੁੰਦਾ। ਲੇਕਿਨ ਕਈ ਵਾਰੀ ਕੀ ਹੁੰਦਾ ਕਿ ਕਈ ਜਿਹੜੇ ਪਾਠੀ ਹਨ, ਪੜਨ ਵਾਲੇ, ਤੇ ਪੂਰੀਆਂ ਮਾਤਰਾਵਾਂ ਨੂੰ ਲਾ ਕਰਕੇ ਲਘੂ ਮਾਤਰਾ ਜਿਹੜੀ ਹੈ, ਸਿਆਰੀ ਹੋ ਗਿਆ, ਔਂਕੜ ਹੋ ਗਿਆ, ਉਹਨੂੰ ਲਾ ਕਰਕੇ ਪਾਠ ਕਰਦੇ ਹਨ। ਨਹੀਂ ਪਿਆਰਿਓ, ਤੇ ਜਦੋਂ ਆਪਾਂ ਸੰਥਿਆ ਕਰਦੇ ਹਾਂ ਤਾਂ ਪਤਾ ਚੱਲਦਾ ਅਸਲ ਦੇ ਵਿੱਚ ਇਹੀ ਤਾਂ ਗੱਲ ਹੈ। ਕਈ ਜਿਹੜੇ ਹਨ, ਜਿਹੜੇ ਪੰਜਾਬੀ ਨੂੰ ਜਾਣਦੇ ਹਨ, ਪੰਜਾਬੀ ਜਿਨ੍ਹਾਂ ਦੀ ਮਾਂ ਬੋਲੀ ਹੈ, ਜਾਂ ਗੁਰਮੁਖੀ ਅੱਖਰਾਂ ਨੂੰ ਜਾਣਦੇ, ਪੰਜਾਬ ਦੇ ਵਿੱਚ ਆਪ ਜੀ ਚੱਲ ਜਾਓ, ਪੰਜਾਬ ਦੇ ਵਿੱਚ ਹਰ ਜੋ ਹੈ ਉੱਥੇ ਸਬਜੈਕਟ ਹੀ ਹੈ। ਹੁਣ ਮਹਾਰਾਸ਼ਟਰਾ ਦੇ ਵਿੱਚ ਆਪਾਂ ਰਹਿੰਦੇ ਹਾਂ ਤੇ ਦੂਜੀ ਜੋ ਭਾਸ਼ਾ ਜਿਹੜੀ ਹੈ ਮਰਾਠੀ ਆਦਿਕ, ਇਹ ਸਾਨੂੰ ਸਿੱਖਣਾ ਪੈਂਦਾ, ਪੜ੍ਹਨਾ ਪੈਂਦਾ। ਪੰਜਾਬ ਦੇ ਵਿੱਚ ਵੀ ਪਿਆਰਿਓ ਗੁਰਮੁਖੀ ਜੋ ਹੈ ਭਾਸ਼ਾ, ਕਈ ਉਹਨੂੰ ਮੁੱਖ ਭਾਸ਼ਾ ਜਾਂ ਆਪਣੇ ਸਿਲੇਬਸ ਦੇ ਵਿੱਚ ਦੂਜੀ ਭਾਸ਼ਾ ਕਰਕੇ ਵੀ, ਲਿਪੀ ਕਰਕੇ ਵੀ ਉਹਨੂੰ ਪੜ੍ਹਦੇ ਹਨ। ਲੇਕਿਨ ਸਿਰਫ ਗੁਰਮੁਖੀ ਅੱਖਰਾਂ ਦਾ ਪਤਾ ਹੋਣ ਦੇ ਨਾਲ ਬੇਸ਼ੱਕ ਤੁਸੀਂ ਵਧੀਆ ਅਖਬਾਰ ਪੜ੍ਹਦੇ ਹੋਵੋਗੇ, ਕਿਉਂਕਿ ਪੰਜਾਬ ਦੇ ਵਿੱਚ ਚੱਲ ਜਾਓ ਤੇ ਸਾਰੇ ਪੇਪਰ ਅਖਬਾਰ ਆਦਿਕ ਉਹਦਾ ਗੁਰਮੁਖੀ ਦੇ ਵਿੱਚ ਹੀ ਛਪਦੇ ਹਨ।
ਬੇਸ਼ੱਕ ਪਿਆਰਿਓ ਵਧੀਆ ਤੁਸੀਂ ਗੁਰਮੁਖੀ ਦਾ ਗਿਆਨ ਹੋਵੇ, ਪੜ੍ਹਦੇ ਹੋਗੇ, ਲੇਕਿਨ ਗੁਰਬਾਣੀ ਦਾ ਕਨਸੈਪਟ ਵੱਖਰਾ ਹੈ, ਗੁਰਬਾਣੀ ਦਾ ਉਚਾਰਨ ਵੱਖਰਾ ਹੈ, ਗੁਰਬਾਣੀ ਦੀ ਵਿਆਖਿਆ ਵੱਖਰੀ ਹੈ, ਗੁਰਬਾਣੀ ਦਾ ਜੋ ਪਿੰਗਲ ਜੋ ਹੈ ਉਹ ਵੱਖਰਾ, ਗ੍ਰਾਮਰ ਵੱਖਰਾ ਹੈ। ਜਦੋਂ ਗੁਰਬਾਣੀ ਨੂੰ ਪੜੋਗੇ ਇਹ ਨਾ ਸਮਝਣਾ ਕਰੋ, ਕਈ ਕਹਿ ਦਿੰਦੇ ਕਿ ਭਾਈ ਮੈਂ ਤਾਂ ਗੁਰਮੁਖੀ ਅੱਖਰਾਂ ਨੂੰ ਜਾਣਦਾ ਹਾਂ, ਗੁਰਬਾਣੀ ਵੀ ਤਾਂ ਗੁਰਮੁਖੀ ਅੱਖਰਾਂ ਦੇ ਵਿੱਚ ਹੈ, ਮੈਂ ਆਰਾਮ ਨਾਲ ਪੜ੍ਹ ਲਵਾਂਗਾ, ਲੇਕਿਨ ਨਹੀਂ ਪਿਆਰਿਓ, ਪੜ੍ਹਨਾ ਬਹੁਤ ਜ਼ਿਆਦਾ ਕਠਿਨ ਹੋ ਜਾਂਦਾ ਹੈ, ਕਿਉਂਕਿ ਗੁਰਬਾਣੀ ਨੂੰ ਆਪ ਜੀ ਪੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ, ਤੇ ਉਹਦੇ ਵਿੱਚ ਲਘੂ ਮਾਤਰਾ ਬਹੁਤ ਜ਼ਿਆਦਾ ਮਹਾਰਾਜ ਜੀ ਨੇ ਤੇ ਅਰਥਾਂ ਦੇ ਅਨੁਸਾਰ, ਪਿੰਗਲ ਦੇ ਅਨੁਸਾਰ ਮਹਾਰਾਜ ਜੀ ਨੇ ਵਰਤਣਾ ਕੀਤਾ। ਕਈ ਵਾਰੀ ਪਿਆਰਿਓ ਉਹਨਾਂ ਲਘੂ ਮਾਤਰਾ ਨੂੰ ਪੜ੍ਹਨਾ ਪੈਂਦਾ, ਕਈ ਵਾਰੀ ਲਘੂ ਮਾਤਰਾ ਨੂੰ ਨਹੀਂ ਪੜ੍ਹਨਾ ਪੈਂਦਾ, ਤੇ ਕਈ ਵਾਰੀ ਜਿਸ ਤਰ੍ਹਾਂ ਦੋ ਜੋ ਮਾਤਰਾ, ਇੱਕ ਤਾਂ ਸਿਹਾਰੀ ਹੋ ਗਈ ਤੇ ਦੂਜਾ ਔਂਕੜ ਹੋ ਗਿਆ, ਇਹਨਾਂ ਦਾ ਉਚਾਰਨ ਕਰਨਾ, ਤੇ ਇਹਦੇ ਵੀ ਪਿਆਰਿਓ ਦੋ ਉਚਾਰਨ ਹਨ। ਸਿਹਾਰੀ ਦੀ ਕਈ ਵਾਰੀ ਆਪਾਂ ਏ ਦੀ ਆਵਾਜ਼ ਦੇ ਵਿੱਚ ਉਚਾਰਨ ਕਰਦੇ ਹਾਂ, ਕਈ ਵਾਰੀ ਈ ਦੀ ਆਵਾਜ਼ ਦੇ ਵਿੱਚ ਇਹਦਾ ਆਪਾਂ ਗੁਰਬਾਣੀ ਦਾ ਜਾਪ ਕਰਨ ਲੱਗਿਆ ਇਹਨੂੰ ਪੜ੍ਹਦੇ ਹਾਂ। ਇਸ ਤਰ੍ਹਾਂ ਹੀ ਔਂਕੜ ਵੀ ਪਿਆਰਿਓ ਕਈ ਵਾਰੀ ਊ ਦੀ ਆਵਾਜ਼ ਦੇ ਵਿੱਚ ਤੇ ਕਈ ਵਾਰੀ ਓ ਦੇ ਆਵਾਜ਼ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜਾਂ ਕਈ ਵਾਰੀ ਗੁਰਬਾਣੀ ਦੇ ਵਿੱਚ ਜਦੋਂ ਇਹ ਮਾਤਰਾ ਆਉਂਦੀ ਹੈ ਆਪਾਂ ਬਿਲਕੁਲ ਇਹਦਾ ਉਚਾਰਨ ਨਹੀਂ ਕਰਦੇ ਆ, ਉਹ ਸਿਰਫ ਅਰਥਾਂ ਵਾਸਤੇ ਹੁੰਦੀ ਹੈ। ਤਾਂ ਹੀ ਤਾਂ ਪਿਆਰ ਜਿਸ ਤਰ੍ਹਾਂ ਕਿ ਆਪਾਂ ਜਾਪ ਸਾਹਿਬ ਪੜ੍ਹਦੇ ਆ, ਜਾਪ ਸਾਹਿਬ ਨੂੰ ਪੜੋ ਕਿ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ। ਉਥੇ ਮਹਾਰਾਜ ਜੀ ਨੇ ਕੱਕੇ ਸਿਆਰੀ ਜਿੰਨੀ ਵਾਰੀ ਵਰਤਣਾ ਕੀਤਾ ਤਕਰੀਬਨ ਪਿਆਰਿਓ ਉਹਨੂੰ ਤੇ ਕੇ ਦੀ ਆਵਾਜ਼ ਦੇ ਵਿੱਚ ਪੜ੍ਹਨਾ ਚਾਹੀਦਾ ਹੈ, ਲੇਕਿਨ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ, ਮੁਹਾਰਨੀ ਦੇ ਵਿੱਚ ਤਾਂ ਇਹੀ ਪੜਾਇਆ ਜਾਂਦਾ ਕਿ ਸਿਆਰੀ ਦੀ ਆਵਾਜ਼ ਈ ਕਰਕੇ, ਤੇ ਕੱਕੇ ਸਿਆਰੀ ਉਹ ਬੋਲਦਾ ਕੀ ਹੈ, ਕੀ ਸਰਬਤਰ ਦੇਸੈ ਕੀ ਸਰਬਤਰ ਭੇਸੈ ਕੀ ਸਰਬਤਰ ਰਾਜੈ। ਪਿਆਰਿਓ ਫਿਰ ਇਹਦੇ ਨਾਲ ਉਹਦਾ ਅਨਰਥ ਹੋ ਜਾਂਦਾ, ਕਿਉਂਕਿ ਕੀ ਜੋ ਹੈ ਇਹ ਪ੍ਰਸ਼ਨਵਾਚਕ ਸ਼ਬਦ ਬਣ ਜਾਂਦਾ, ਕੀ ਉਹ ਸਰਬਤਰ ਦੇਸ ਹੈ, ਕੀ ਉਹਦਾ ਸਾਰਿਆਂ ਦੇ ਵਿੱਚ ਭੇਸ ਹੈ, ਇਹ ਪ੍ਰਸ਼ਨਵਾਚਕ ਬਣ ਜਾਵੇਗਾ। ਇਸ ਕਰਕੇ ਪਿਆਰਿਓ ਉਥੇ ਸਿਹਾਰੀ ਦੀ ਆਵਾਜ਼ ਇਹਦੇ ਵਿੱਚ ਉਚਾਰਨ ਕਰਨਾ ਚਾਹੀਦਾ। ਇਸ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਸਿਹਾਰੀ ਆਉਂਦੀ ਹੈ, ਔਂਕੜ ਆਉਂਦਾ। ਜਦੋਂ ਤੱਕ ਪਿਆਰਿਓ ਆਪ ਵਧੀਆ ਕਿਸੇ ਉਸਤਾਦ ਦੇ ਕੋਲ ਜੋ ਗੁਰਬਾਣੀ ਦਾ ਚੰਗਾ ਉਚਾਰਨ ਕਰਤਾ ਹੋਵੇ, ਗੁਰਬਾਣੀ ਦਾ ਜਿਹਨੂੰ ਗਿਆਨ ਹੋਵੇ, ਉਹਦੇ ਰਾਹੀਂ ਜਦੋਂ ਆਪ ਜੀ ਸੰਥਿਆ ਕਰੋਗੇ, ਅਭਿਆਸ ਕਰੋਗੇ, ਤਾਂ ਆਪ ਜੀ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਜਿਹੜਾ ਹੈ ਉਹ ਆ ਸਕਦਾ। ਨਹੀਂ ਤਾਂ ਕਈ ਵਾਰੀ ਜਿਹੜੇ ਹਨ ਕਈ ਬਣ ਜਾਂਦੇ ਭਾਈ, ਕਈ ਕਹਿ ਦਿੰਦੇ ਕਿ ਭਾਈ ਅਸੀਂ ਤਾਂ ਪੜ੍ਹ ਲਿਆ ਜੀ, ਪਾਠੀ ਬਣ ਗਏ ਹਾਂ, ਲੇਕਿਨ ਨੂੰ ਜਿਹੜਾ ਦੁੱਖ ਪ੍ਰਾਪਤ ਹੁੰਦਾ, ਕਈ ਇੰਨੇ ਸਾਲਾਂ ਤੋਂ ਪਾਠ ਕਰਦੇ ਲੇਕਿਨ ਹਾਲੇ ਤੱਕ ਉਹਨਾਂ ਨੂੰ ਸ਼ੁੱਧ ਉਚਾਰਨ ਕਰਨਾ ਨਹੀਂ ਆਇਆ। ਇੱਥੇ ਜੋ ਮਹਾਰਾਜ ਜੀ ਨੇ ਸ਼ਬਦ ਵਰਤਿਆ ਨਾ, ਗੁਣ ਕਾਮਣ ਕਾਮਣ ਕਰੈ, ਪਹਿਲਾ ਜਿਹੜਾ ਕਾਮਣ ਜਿਹੜਾ ਨਾ ਪਿਆਰਿਓ ਉਹਦੇ ਹੇਠ ਨਾ ਓਂਕੜ ਹੈ ਨਾ ਸਿਹਾਰੀ ਹੈ। ਦੂਜਾ ਵੀ ਸ਼ਬਦ ਜਿਹੜਾ ਕਾਮਣ ਹੈ ਤੇ ਉੱਥੇ ਅਣਾਣੀ ਨੂੰ ਸਿਹਾਰੀ ਹੈ, ਉਹਨੂੰ ਪੜ੍ਹਨਾ ਨਹੀਂ ਹੈ। ਜਦੋਂ ਆਪਾਂ ਪੜ੍ਹਨਾ ਹੈ, ਜਦੋਂ ਗੁਰਬਾਣੀ ਦਾ ਜਾਪ ਕਰਨਾ, ਗੁਣ ਕਾਮਣ ਕਾਮਣ ਕਰੈ, ਇਹੀ ਇਹਦਾ ਪਾਠ ਕਰਨਾ। ਲੇਕਿਨ ਜਦੋਂ ਅਰਥ ਆਪਾਂ ਕਰਾਂਗੇ ਤੇ ਕਾਮਣੀ ਜੋ ਉਹਦਾ ਸਿਹਾਰੀ ਦਾ ਲਾ ਕਰਕੇ, ਕਾਮਣੀ ਦਾ ਭਾਵ ਹੈ ਕਿ ਇਸਤਰੀ। ਪਹਿਲਾ ਜਿਹੜਾ ਕਾਮਣ ਹੈ ਉਹਦਾ ਅਰਥ ਬਣਦਾ ਹੈ ਜਾਦੂ ਕਰਨਾ, ਟੂਣਾ ਕਰਨਾ। ਕਈ ਵਾਰੀ ਆਪਨੇ ਅਕਸਰ ਵੇਖਿਆ ਹੋਵੇਗਾ, ਕਈ ਵਾਰੀ ਪਿਆਰਿਓ ਇਹ ਜਾਦੂ ਟੂਣਾ ਕਰਨ ਵਾਲੇ ਉਹ ਕੀ ਕਰਦੇ ਹਨ, ਐਡਵਰਟਾਈਜ਼ ਕਰਦੇ। ਆਪਨੇ ਵੀ ਪੜਿਆ ਸੁਣਿਆ ਹੋਵੇਗਾ, ਖਾਸ ਕਰਕੇ ਪੇਪਰਾਂ ਦੇ ਵਿੱਚ ਵੀ ਆਉਂਦਾ, ਅਖਬਾਰਾਂ ਦੇ ਵਿੱਚ ਵੀ, ਕਿ ਪਤੀ ਨੂੰ ਵਸ ਕਰਨ ਦੀ ਸਿੱਖਿਆ, ਪਤੀ ਨੂੰ ਵਸ ਕਰ ਲਓ, ਜਾਦੂ ਟੂਣਾ ਕਰਕੇ ਪਤੀ ਨੂੰ ਰਿਝਾ ਲਿਓ, ਜਾਂ ਆਪਣੀ ਸੱਸ ਤੇ ਸਹੁਰੇ ਨੂੰ ਰਿਝਾ ਲਿਓ, ਉਹਨੂੰ ਵਸ ਕਰ ਲਿਓ, ਜਾਦੂ ਟੂਣਾ ਕਰਨਾ। ਕਈ ਪਿਆਰਿਓ ਇਹ ਭਰਮ ਭੁਲੇਖਿਆਂ ਦੇ ਵਿੱਚ, ਇਹ ਕੁਰੀਤੀਆਂ ਦੇ ਵਿੱਚ ਫਸੇ ਹੋਏ ਹੁੰਦੇ ਹਨ। ਅੱਜ ਬਹੁਤ ਸਾਰੀਆਂ ਬੀਬੀਆਂ ਪਿਆਰਿਓ, ਆਪ ਨੂੰ ਵੀ ਪਤਾ ਹੋਵੇਗਾ, ਜਿਹੜੇ ਕਈ ਸਿਆਣੇ ਬੈਠੇ ਹੋਏ ਹਨ, ਆਪ ਤਾਂ ਕਦੇ ਪਤੀ ਦੇ ਨਾਲ ਜਾਂ ਆਪਣੇ ਸੱਸ ਤੇ
ਸਹੁਰੇ ਦੇ ਨਾਲ ਚੰਗੀ ਗੱਲ ਨਹੀਂ ਕਰਨੀ ਹੈ, ਬਾਤਚੀਤ ਨਹੀਂ ਕਰਨਾ, ਲੇਕਿਨ ਉਹਨਾਂ ਦੀ ਪ੍ਰਾਪਰਟੀ, ਉਹਨਾਂ ਦੀ ਮਾਇਆ ਹੜਪ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਸਾਧਨ ਵਰਤਦੇ ਹਨ। ਬਹੁਤ ਇਸ਼ਤਿਹਾਰ ਲੋਕ ਪਿਆਰਿਓ ਠੱਗਣ ਵਾਲੇ ਵੀ ਬਹੁਤ ਜ਼ਿਆਦੇ ਹਨ। ਐਵੇਂ ਕਹਿ ਦਿੰਦੇ ਕਿ ਭਾਈ ਆ ਤੂੰ ਇੱਕ ਕੰਮ ਕਰ, ਇਹ ਮੰਤਰ ਪੜ੍ਹ ਕੇ ਆਪਣੀ ਸੱਸ ਨੂੰ ਖਿਲਾ ਦੇ, ਤੇਰੀ ਸੱਸ ਜਿਹੜੀ ਹੈ ਤੇਰੇ ਵੱਸ ਆ ਜਾਵੇਗੀ। ਤੂੰ ਆਪਣੇ ਸਹੁਰੇ ਨੂੰ ਖਿਲਾ ਦੇ, ਜਾਂ ਉਹਦੇ ਉੱਤੇ ਇਹ ਮੰਤਰ ਪਾ ਦੇ, ਜਾਂ ਆ ਪਾਣੀ ਪਿਲਾ ਦੇ, ਸਹੁਰਾ ਤੇਰੇ ਵੱਸ ਵਿੱਚ ਹੋ ਜਾਵੇਗਾ, ਸਹੁਰੇ ਨੇ ਸਾਰੀ ਪ੍ਰਾਪਰਟੀ ਤੈਨੂੰ ਲਿਖ ਕੇ ਦੇਣੀ ਹੈ। ਕਈ ਜੋ ਹੈ ਪਤੀਆਂ ਨੂੰ ਰਿਝਾਉਣ ਵਾਸਤੇ, ਆਪਣੇ ਵੱਸ ਵਿੱਚ ਕਰਨ ਵਾਸਤੇ ਨਹੀਂ ਪਿਆਰਿਓ, ਤੇ ਇਹਨਾਂ ਦੇ ਵੱਸ ਦੇ ਵਿੱਚ ਕੀ ਹੋਣਾ ਜਦੋਂ ਤੁਸੀਂ ਇਹਨਾਂ ਦੇ ਵੱਸ ਦੇ ਵਿੱਚ ਹੋ ਜਾਓ, ਕਿਉਂਕਿ ਕਿਹਦੇ ਤੁਸੀਂ ਬਣ ਜਾਓ ਨਾ, ਉਹ ਖੁਦ ਬਾ ਖੁਦ ਤੁਹਾਡਾ ਬਣ ਜਾਵੇਗਾ। ਇਹ ਤਾਂ ਆਪਾਂ ਨਹੀਂ ਸਿੱਖਦੇ ਹਾਂ, ਲੇਕਿਨ ਜਾਦੂ ਟੂਣਾ ਕਰਦੇ ਹਾਂ ਕਿ ਸੱਸ ਨੂੰ, ਪਤੀ ਨੂੰ ਵੱਸ ਕਰਨਾ ਅੱਜ ਵੀ ਪਿਆਰਿਓ ਬਹੁਤ ਆਦਤ ਦੇ ਵਿੱਚ। ਬੇਸ਼ੱਕ ਕਹਿਣ ਵਾਸਤੇ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਭਾਈ ਹੁਣ ਤਾਂ ਆਧੁਨਿਕ ਯੁੱਗ ਹੈ, ਜਾਦੂ ਟੂਣੇ ਨੂੰ ਕੋਈ ਨਹੀਂ ਮੰਨਦਾ, ਲੇਕਿਨ ਪਿਆਰਿਓ ਬਹੁਤ ਜ਼ਿਆਦੇ ਲੋਕ ਹਨ ਜੋ ਇਹੋ ਜਿਹੇ ਜੋ ਜਾਦੂ ਟੂਣੇ ਜੋ ਕਰਦੇ ਹਨ, ਉਹਨਾਂ ਦੇ ਕੋਲ ਚੱਕਰਾਂ ਕੱਢਦੇ, ਧਾਗੇ ਤਵੀਤ ਕਰਦੇ ਹਨ ਕਿ ਪਤੀ ਨੂੰ ਜਿਹੜਾ ਹੈ ਜਾਦੂ ਟੂਣਾ ਕਰਨਾ, ਸੱਸ ਤੇ ਸਹੁਰੇ ਨੂੰ ਜਾਦੂ ਟੂਣਾ ਕਰਨਾ। ਇਹ ਜਾਦੂ ਟੂਣੇ ਦੇ ਨਾਲ ਪਿਆਰਿਓ ਕੋਈ ਪਤੀ, ਕੋਈ ਸੱਸ ਸਹੁਰਾ ਵਾਸ ਨਹੀਂ ਹੁੰਦਾ। ਅਸਲ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਜੇ ਜਾਦੂ ਟੂਣਾ ਕਰਨਾ ਨਾ ਤਾਂ ਤੂੰ ਗੁਣਾ ਦਾ ਜਾਦੂ ਟੂਣਾ ਕਰਨਾ ਕਰ, ਗੁਣਾ ਦਾ। ਜੇ ਤੇਰੇ ਕੋਲ ਗੁਣ ਹੋਣ, ਜੇ ਗੁਣ ਹੋਣ ਤਾਂ ਮੇਲੀ ਅੰਨ, ਗੁਣਾ ਦਾ ਤੂੰ ਅਸਲ ਦੇ ਵਿੱਚ ਜਾਦੂ ਟੂਣਾ। ਮਹਾਰਾਜ ਜੀ ਨੇ ਕਿਹਾ ਤੇਰੇ ਕੋਲ ਗੁਣ ਹੋਣ, ਜੇ ਗੁਣਵੰਤੀ ਹੋਵੇ ਨਾ ਇਸਤਰੀ ਤੇ ਖੁਦ ਬਾ ਖੁਦ ਪਿਆਰਿਓ ਉਹਦਾ ਪਤੀ ਜਿਹੜਾ ਹੈ ਉਹਦੇ ਵੱਸ ਵਿੱਚ ਰਵੇਗਾ, ਉਹਦੇ ਨਾਲ ਪ੍ਰੇਮ ਕਰੇਗਾ। ਜੇ ਇਸਤਰੀ ਗੁਣਵੰਤੀ ਹੋਵੇ ਸੱਸ ਤੇ ਸਹੁਰਾ ਵੀ ਉਹਦਾ ਸਤਿਕਾਰ ਕਰਦਾ ਹੈ ਤੇ ਉਹਦੇ ਵੱਸ ਦੇ ਵਿੱਚ ਰਹਿੰਦਾ, ਉਹਦਾ ਵਚਨ ਮੰਨਦਾ। ਹਾਂ ਜਿਹੜੀ ਬੱਚੀ ਹੈ ਉਹ ਚੱਲ ਜਾਵੇ ਸਹੁਰੇ ਪਰਿਵਾਰ ਦੇ ਵਿੱਚ, ਪਤੀ ਬੋਲੇ ਕਿ ਭਾਈ ਪ੍ਰਸ਼ਾਦਾ ਤਿਆਰ ਕਰ, ਉਹ ਅੱਗੋਂ ਕਵੇ ਕਿ ਪ੍ਰਸ਼ਾਦਾ ਮੈਨੂੰ ਨਹੀਂ ਆਉਂਦਾ ਭਾਈ, ਕੀ ਪਤੀ ਉਹਦੇ ਨਾਲ ਪ੍ਰੇਮ ਕਰ ਸਕਦਾ ਆਪਣੀ ਘਰਵਾਲੀ ਦੇ ਨਾਲ? ਤੇ ਸੱਸ ਬੋਲੇ ਕਿ ਬੇਟਾ ਇੱਕ ਕੰਮ ਕਰ, ਆ ਦਾਲ ਨੂੰ ਤੜਕਾ ਲਾ, ਤੇ ਅੱਗੋਂ ਜਵਾਬ ਦੇ ਦਵੇ ਮੈਨੂੰ ਤੜਕੇ ਦਾ ਪਤਾ ਹੀ ਨਹੀਂ ਹੈ। ਜੇ ਸਹੁਰਾ ਬੋਲੇ ਕਿ ਆ ਕੱਪੜੇ ਧੋ ਦੇ, ਉਹ ਕਹਿ ਦਵੇ ਕਿ ਭਾਈ ਮੈਨੇ ਕਦੇ ਕੱਪੜੇ ਧੋਤੇ ਨਹੀਂ ਹਨ। ਇਹੋ ਜੇ ਤੁਸੀਂ ਨਿਕੰਮੇ ਬਣ ਜਾਓ, ਤੇ ਨਿਕੰਮੇ ਬਣ ਜਾਓ ਤਾਂ ਪਿਆਰਿਓ ਨਿਕੰਮਿਆਂ ਦਾ ਕੋਈ ਸਤਿਕਾਰ ਨਹੀਂ ਹੁੰਦਾ। ਗੁਣਾ ਦਾ ਜਿਹੜਾ ਬੰਦਾ ਗੁਣਵਾਨ ਹੁੰਦਾ ਉਹਦੇ ਗੁਣਾ ਦੀ ਕਦਰ ਹੁੰਦੀ ਹੈ। ਕਈ ਵਾਰੀ ਕਈ ਜਲਣ ਵਾਲੇ ਉਹ ਜਲਦੇ ਹਨ, ਲੇਕਿਨ ਬਹੁਤ ਆਦਤ ਦੇ ਵਿੱਚ ਗੁਣਾ ਦੀ ਕਦਰ ਪ੍ਰਾਪਤ ਹੁੰਦੀ ਹੈ। ਹਰ ਪਾਸੇ ਚੱਲ ਜਾਓ, ਕੋਈ ਨੌਕਰ ਵੀ ਆਪਾਂ ਕਈ ਬੰਦਿਆਂ ਨੂੰ ਨੌਕਰੀ ਦੇ ਉੱਤੇ ਰੱਖਦੇ, ਤੇ ਜਿਹੜਾ ਨੌਕਰ ਉਹਦੇ ਵਿੱਚ ਬਹੁਤ ਸਾਰੇ ਗੁਣ ਹੋਣ, ਆਪਾਂ ਵੀ ਪਿਆਰਿਓ ਉਹਦੇ ਉੱਤੇ ਪ੍ਰਸੰਨ ਹੁੰਦੇ ਆ, ਕਹਿੰਦੇ ਆ ਜੀ ਇਹ ਬੰਦਾ ਬੜਾ ਸ਼ਰੀਫ ਹੈ, ਉਹਨੂੰ ਇਨਾਮ ਦਿੰਦੇ। ਲੇਕਿਨ ਨੌਕਰ ਜਿਹੜਾ ਉਹਦੇ ਕੋਲ ਕੋਈ ਗੁਣ ਹੀ ਨਾ ਹੋਵੇ, ਨਿਕੰਮਾ ਹੋਵੇ, ਐਨ ਆਲਸੀਆ ਹੋਵੇ, ਆਪਾਂ ਤੁਰੰਤ ਧੱਕੇ ਮਾਰ ਕਰਕੇ ਉਹਨੂੰ ਕੱਢ ਦਿੰਦੇ ਆ। ਕਹਿਣ ਦਾ ਭਾਵ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹ ਬਾਹਰੀ ਇਹ ਜਿਹੜੇ ਹਨ ਜਾਦੂ ਟੂਣਾ ਕਰਕੇ ਇਹਨੂੰ ਰਿਝਾ ਲੈਣਾ, ਉਹਨੂੰ ਰਿਝਾ ਲੈਣਾ, ਇਹਦੇ ਨਾਲ ਕੋਈ ਜਾਦੂ ਟੂਣਾ ਨਹੀਂ ਚੱਲਦਾ। ਅਸਲ ਦੇ ਵਿੱਚ ਗੁਣਾ ਦਾ ਜਾਦੂ ਕਰੋ। ਤੁਹਾਡੇ ਕੋਲ ਜੇ ਗੁਣ ਹੋਣ, ਜਿਸ ਤਰ੍ਹਾਂ ਕਿਸੇ ਬੱਚੀ ਜਦੋਂ ਸਹੁਰੇ ਪਰਿਵਾਰ ਵਿੱਚ ਜਾਂਦੀ ਹੈ, ਉਹ ਗੁਣਵੰਤੀ ਹੋਵੇ, ਗੁਣਾ ਦੀ ਗ੍ਰਾਹੀ ਹੋਵੇ, ਸੱਚ ਜਾਣੋ ਪਿਆਰਿਓ ਸਾਰਾ ਪਰਿਵਾਰ, ਸਹੁਰਾ ਪਰਿਵਾਰ ਉਹਦਾ ਸਨਮਾਨ ਕਰਦਾ, ਪੇਕਾ ਪਰਿਵਾਰ ਵੀ ਉਹਦਾ ਸਨਮਾਨ ਕਰਦਾ। ਜੋ ਬੱਚੀ ਹੈ ਗੁਣਵੰਤੀ ਨਾ ਹੋਵੇ, ਪੇਕੇ ਵਾਲੇ ਵੀ ਕਹਿ ਦਿੰਦੇ ਜੀ ਗਲੋਂ ਬਲਾ ਅਸੀਂ ਲਾ ਦਿੱਤੀ ਹੈ, ਆਪਣੀ ਬਲਾ ਲਾ ਕਰਕੇ ਦੂਜੇ ਦੇ ਗਲ ਵਿੱਚ ਪਾ ਦਿੱਤੀ। ਤੇ ਅਗਲਾ ਸਹੁਰਾ ਕਹਿੰਦਾ, ਸਹੁਰਾ ਪਰਿਵਾਰ ਕਹਿੰਦਾ ਕਿ ਭਾਈ ਤੁਸੀਂ ਤਾਂ ਆਪਣੀ ਬਲਾ ਕੱਢ ਕੇ ਸਾਡੇ ਗਲ ਵਿੱਚ ਪਾ ਦਿੱਤੀ ਹੈ, ਹੁਣ ਅਸੀਂ ਵੀ ਇਹ ਬਲਾ ਕੱਢ ਕੇ ਇਹਨੂੰ ਸੁੱਟ ਰਹੇ ਹਾਂ। ਉਹਦਾ ਸਨਮਾਨ ਨਹੀਂ ਹੁੰਦਾ ਹੈ। ਗੁਣਾ ਕਰਕੇ ਪਿਆਰਿਓ ਕਿਸੇ ਬੀਬੀ ਦਾ ਸਨਮਾਨ ਪ੍ਰਾਪਤ ਹੁੰਦਾ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਇਸ ਤਰ੍ਹਾਂ ਹੀ ਭਾਈ ਜੇ ਤੂੰ ਪ੍ਰਮਾਤਮਾ ਨੂੰ ਰਿਝਾਉਣਾ ਚਾਹੁੰਦਾ ਹੈ ਤਾਂ ਤੇਰੇ ਕੋਲ ਗੁਣਾ ਦਾ ਕਾਮਣ ਹੋਣਾ ਚਾਹੀਦਾ, ਗੁਣਾ ਦਾ ਤੂੰ ਟੂਣਾ ਕਰਨਾ ਕਰ। ਤੇ ਜੇ ਤੂੰ ਗੁਣਵੰਤੀ ਹੋਵੇ, ਗੁਣਾ ਵਾਲਾ ਹੋਵੇ, ਤਾਂ ਪ੍ਰਮਾਤਮਾ ਰੂਪੀ ਪਿਆਰਾ
ਤੋ ਪਿਆਰੇ ਕੋ ਪਾਵੋ, ਤੋ ਤੂਨੇ ਉਸ ਪ੍ਰਮਾਤਮਾ ਪਿਆਰੇ ਨੂੰ ਪ੍ਰਾਪਤ ਕਰਨਾ। ਜੋ ਦਿਲ ਮਿਲਿਆ ਸੋ ਮਿਲ ਰਹਿਆ, ਮਿਲਿਆ ਕਹੀਐ ਰੇ ਸੋਈ। ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਬਚਨ ਕਰਨਾ ਕੀਤਾ ਕਿ ਆ ਜੋ ਦਿਲ ਮਿਲਿਆ, ਜਿਸ ਨੇ ਪਿਆਰਿਓ ਇੱਥੇ ਲੱਲੇ ਦੇ ਉੱਤੇ ਸਿਆਰੀ ਹੈ, ਦਿਲ ਕਰਕੇ, ਜਿਹੜਾ ਦਿਲ ਕਰਕੇ ਪ੍ਰਮਾਤਮਾ ਦੇ ਨਾਲ ਮਿਲ ਗਿਆ ਸੋ ਮਿਲ ਰਿਹਾ। ਅਸਲ ਦੇ ਵਿੱਚ ਪਿਆਰਿਓ ਉਹੀ ਮਿਲ ਕਰਕੇ ਰਿਹਾ ਹੈ, ਉਹ ਨਹੀਂ ਆਪਾਂ ਮਿਲਿਆ ਕਹਿ ਸਕਦੇ ਆ। ਸਰੀਰ ਕਰਕੇ ਜਾਂ ਬਾਹਰੀ ਤੌਰ ਤੇ ਤਾਂ ਮਿਲਾਪ ਜਿਹੜਾ ਪਿਆਰਿਓ ਛਣ ਮਾਤਰ ਸਮੇਂ ਦਾ ਹੁੰਦਾ। ਹੁਣ ਦੇਖੋ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਆ, ਬੇਸ਼ੱਕ 24 ਘੰਟੇ ਤਾਂ ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਮਿਲ ਕਰਕੇ ਜਾਂ ਗੁਰੂ ਘਰ ਦੇ ਵਿੱਚ ਤਾਂ ਨਹੀਂ ਰਹਿ ਸਕਦੇ। ਬੇਸ਼ੱਕ ਥੋੜਾ ਸਮਾਂ ਹੋਵੇਗਾ, ਬਾਹਰੀ ਤੌਰ ਤੇ ਆਪਾਂ ਮੱਥਾ ਟੇਕ ਕਰਕੇ ਮਹਾਰਾਜ ਨੂੰ ਮਿਲ ਕਰਕੇ ਜਾਵਾਂਗੇ, ਲੇਕਿਨ ਸੱਚ ਜਾਣੋ ਜਿਨ੍ਹਾਂ ਦਾ ਦਿਲ ਜੇ ਮਿਲ ਜਾਵੇ ਨਾ ਮਹਾਰਾਜ ਜੀ ਦੇ ਨਾਲ, ਰੱਬ ਦੇ ਨਾਲ, ਉਹ ਫਿਰ ਸਦਾ ਮਿਲੇ ਹੋਏ ਰਹਿੰਦੇ ਹਨ। ਉਹ ਇਹ ਨਹੀਂ ਕਹਿੰਦੇ ਕਿ 24 ਘੰਟੇ ਦੇ ਵਿੱਚ ਜੀ 10 ਮਿੰਟ ਮੈਂ ਮਹਾਰਾਜ ਨੂੰ ਮਿਲਿਆ, ਮੈਂ ਗੁਰੂ ਘਰ ਦੇ ਵਿੱਚ ਗਿਆ ਜਾਂ ਪਾਠ ਕਰਨਾ ਕੀਤਾ, ਬਸ ਇੰਨਾ ਸਮਾਂ ਮੈਂ ਮਹਾਰਾਜ ਜੀ ਦੇ ਨਾਲ, ਰੱਬ ਦੇ ਨਾਲ ਮਿਲਿਆ, ਬਾਅਦ ਵਿੱਚ ਮੈਂ ਵਿਛੋੜਾ ਪੈ ਗਿਆ। ਨਹੀਂ ਪਿਆਰਿਓ, ਫਿਰ ਭਾਵੇਂ ਉਹ ਜੋ ਮਰਜ਼ੀ ਕੰਮ ਦੇ ਉੱਤੇ ਲਾ ਦਿਓ, ਭਾਵੇਂ ਉਹ ਆਪਣੇ ਕੰਮ ਕਰਨ ਹੱਥ ਪਾਵ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥ ਪੈਰ ਦੇ ਨਾਲ ਤਾਂ ਉਹਨਾਂ ਨੇ ਕਾਰ ਕਰਨੀ ਹੈ, ਹੱਥ ਕਾਰ ਵੱਲ ਚਿੱਤ ਯਾਰ ਵੱਲ, ਹੱਥ ਕਾਰ ਦੇ ਵੱਲ ਹੋਵੇਗਾ ਤੇ ਚਿੱਤ ਉਹਨਾਂ ਦਾ ਯਾਰ ਦੇ ਵੱਲ ਹੋਵੇਗਾ। ਅਸਲ ਦੇ ਵਿੱਚ ਜਿਹੜਾ ਦਿਲ ਕਰਕੇ ਮਿਲ ਗਿਆ ਨਾ, ਉਹੀ ਪਿਆਰਿਓ ਅਸਲੀ ਮਿਲਿਆ ਕਰਕੇ ਜਾਣਨਾ ਕਰੋ। ਜੇ ਬਹੁ ਤੇਰਾ ਲੋਚੀਐ, ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਜੇ ਇਸ ਤੋਂ ਇਲਾਵਾ ਜੇ ਬਹੁਤ ਤੇਰਾ ਬਾਹਰੀ ਤੌਰ ਤੇ ਆਪਾਂ ਲੋਚਦੇ ਹਾਂ, ਯਤਨ ਕਰਦੇ ਹਾਂ, ਬਾਤੀ ਮੇਲ ਨਾ ਹੋਈ। ਸਿਰਫ ਬਾਤਾਂ ਦੇ ਨਾਲ, ਗੱਲਾਂ ਦੇ ਨਾਲ, ਬਾਤੀ ਦਾ ਮਤਲਬ ਗੱਲਾਂ ਦੇ ਨਾਲ, ਸਿਰਫ ਗੱਲਾਂ ਦੇ ਨਾਲ ਪਿਆਰਿਓ ਕਿਹਦੇ ਨਾਲ ਪ੍ਰਾਪਤੀ ਨਹੀਂ ਹੁੰਦੀ ਹੈ। ਮਹਾਰਾਜ ਨੇ ਕਿਹਾ ਨਾ, ਆਪਾਂ ਨਿਤਨੇਮ ਦੀ ਬਾਣੀ ਦੇ ਵਿੱਚ ਪੜ੍ਹਦੇ ਆ, ਤੀਜੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਇਹੋ ਜਿਹੇ ਭਾਈ ਬਥੇਰੇ ਲੋਕ ਜਿਹੜੇ ਹਨ ਤੁਰੇ ਫਿਰੇ ਰਹਿੰਦੇ ਹਨ, ਗੱਲਾਂ ਤਾਂ ਬਹੁਤ ਜ਼ਿਆਦੀਆਂ ਕਰਦੇ, ਲੇਕਿਨ ਸਿਰਫ ਗੱਲਾਂ ਕਰਨ ਦੇ ਨਾਲ ਕਿਹਨੂੰ ਰੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਿ ਬਥੇਰੇ ਪਿਆਰਿਓ ਫਿਰਦੇ ਹਨ ਕਰਹਿ ਗੱਲਾਂ। ਗੱਲਾਂ ਦਾ ਭਾਵ ਕਿ ਬਚਨ ਬਿਲਾਸ ਬਹੁਤ ਜ਼ਿਆਦਾ ਕਰਨਾ ਜੀ, ਇਹ ਇੰਜ ਹੁੰਦਾ ਜੀ, ਸਾਖੀਆਂ ਸੁਣਾਉਣੀਆਂ ਜਾਂ ਕਥਾ ਕਰਨੀ ਹੈ, ਵਾਰਤਾ ਕਰਨੀ ਹੈ, ਗੱਲੀ ਕਿਨੈ ਨਾ ਪਾਇਆ। ਸਿਰਫ ਗੱਲਾਂ ਕਰਨ ਦੇ ਨਾਲ ਪਿਆਰਿਓ ਕੋਈ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦੇ। ਹਾਂ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਭਾਈ ਇਹੋ ਜਿਹੇ ਲੋਕ ਹੁੰਦੇ ਹਨ ਕਿ ਬਾਤਨ ਹੀ ਅਸਮਾਨ ਗਿਰਾਵੇ, ਸਿਰਫ ਗੱਲਾਂ ਉਹਨਾਂ ਦੀਆਂ ਸੁਣ ਲਿਓ, ਗੱਲਾਂ ਦੇ ਨਾਲ ਹੀ ਪਿਆਰਿਓ ਅਸਮਾਨ ਨੂੰ ਧਰਤੀ ਤੇ ਪਟਕਾ ਕੇ ਮਾਰਦੇ ਹਨ। ਕਦੇ ਆਪ ਜੀ ਨੇ ਵੇਖਿਆ ਹੋਵੇਗਾ ਕਈ ਜਿਹੜੇ ਹਨ ਸਿਰਫ ਜਿਹੜੇ ਗਪੌੜੀ ਹੁੰਦੇ ਹਨ, ਗੱਪਾਂ ਮਾਰਨ ਵਾਲੇ, ਕੋਈ ਕੰਮ ਨਹੀਂ ਹੁੰਦਾ ਜਾਂ ਕੋਈ ਜ਼ਿਆਦਾ ਅਮਲ ਪਾਣੀ ਜਦੋਂ ਕਰ ਲੈਂਦੇ, ਹੈਸੀਅਤ ਤਾਂ ਕੁਛ ਨਹੀਂ ਹੁੰਦੀ ਹੈ, ਗੱਲਾਂ ਦੇ ਨਾਲ ਹੀ ਪਿਆਰਿਓ ਕੰਮ ਖਤਮ ਕਰ ਦਿੰਦੇ ਹਨ। ਉਹ ਜੀ ਉਹਦੇ ਨਾਲ ਉਹ ਤਾਂ ਜੀ ਉਹਨੂੰ ਇੰਜ ਕਰ ਦਵਾਂਗੇ, ਉਹ ਹੋ ਜਾਵੇਗਾ, ਮਾਰ ਦਵਾਂਗੇ, ਖਤਮ ਕਰ ਦਵਾਂਗੇ, ਗੱਲਾਂ ਹੀ ਬਥੇਰੀਆਂ ਕਰਦੇ ਹਨ। ਤੇ ਇਹਨਾਂ ਗੱਲਾਂ ਦੇ ਨਾਲ ਪਿਆਰਿਓ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਧਾਤ ਮਿਲੈ ਪੁਨ ਧਾਤ ਕੋ, ਸਤਿਗੁਰੂ ਮਹਾਰਾਜ ਜੀ ਨੇ ਇਸ ਬੰਦ ਦੇ ਵਿੱਚ ਉਚਾਰਨ ਕਰਨਾ ਕੀਤਾ ਕਿ ਜਿਹੜੇ ਰੱਬ ਦੇ ਪਿਆਰੇ ਉਹ ਰੱਬ ਦੇ ਨਾਲ ਕਿਸ ਤਰ੍ਹਾਂ ਮਿਲ ਜਾਂਦੇ ਹਨ। ਜਿਸ ਤਰ੍ਹਾਂ ਕਿ ਕੋਈ ਧਾਤੂ ਜਿਹੜੀ ਹੈ, ਜਦੋਂ ਧਾਤੂ ਨੂੰ ਪਿਆਰਿਓ ਉਹਨੂੰ ਉਬਾਲਾ ਦਿਓ, ਬਹੁਤ ਜ਼ਿਆਦਾ ਤੌਣਾ ਕਰੋ, ਫਿਰ ਉਹ ਧਾਤ ਮੂਲ ਧਾਤ ਦੇ ਵਿੱਚ ਧਾਤ ਮਿਲ ਜਾਂਦੀ ਹੈ। ਜਿਸ ਤਰ੍ਹਾਂ ਕਿ ਜੋ ਸੁਨਿਆਰ ਹੁੰਦੇ ਹਨ ਜਾਂ ਜਿਹੜੇ ਲੁਹਾਰ ਹੁੰਦੇ ਹਨ, ਲੋਹਾ ਗਾਲਣ ਦਾ ਕੰਮ ਕਰਦੇ, ਆ ਡਿਸਪੋਜ਼ਲ ਮਾਲ ਜਿਹੜਾ ਹੈ ਨਿਕੰਮਾ, ਆਪਾਂ ਕੀ ਕਰਦੇ ਆ, ਜੋ ਗੰਦਾ ਜਿਹੜਾ ਲੋਹਾ ਆਦਿਕ ਸੁੱਟ ਦਿੰਦੇ, ਭੰਗਾਰ ਵਾਲਾ ਜਿਹੜਾ ਹੈ ਕਬਾੜੀ ਉਹਨੂੰ ਲੈ ਕੇ ਚੱਲ ਜਾਂਦਾ, ਉਹ ਕੀ ਕਰਦੇ, ਉਹਨੂੰ ਪਿਆਰਿਓ ਉਹ ਲੋਹਾ ਜਿਹੜਾ ਸਾਰਾ ਲੋਹਾ, ਕੋਈ ਮੋਟਰਸਾਈਕਲ ਦਾ ਹੁੰਦਾ ਹੈ, ਕੋਈ ਰੇਲ ਗੱਡੀ ਦਾ ਹੋਵੇ, ਕੋਈ ਜਿਹੜਾ ਹੈ ਤਾਰ ਹੋਵੇ, ਕੋਈ ਕੁਛ ਹੋਵੇ, ਉਹ ਹੁੰਦੇ ਤਾਂ ਵੱਖਰਾ ਵੱਖਰਾ ਉਹਨਾਂ ਦਾ ਆਕਾਰ ਹੁੰਦਾ,
ਲੇਕਿਨ ਜਦੋਂ ਉਹਨੂੰ ਬਹੁਤ ਜ਼ਿਆਦਾ ਤਾਇਆ ਜਾਂਦਾ, ਕਈ ਫੈਰਨਹਾਈਟ ਡਿਗਰੀ ਦੇ ਉੱਤੇ ਉਹਨੂੰ ਤਾਪ ਦਿੰਦੇ ਹਨ, 1000 ਡਿਗਰੀ ਦੇ ਉੱਤੇ ਜਦੋਂ ਤਾਪ ਦਿੱਤਾ ਜਾਂਦਾ, ਉਹ ਲੋਹਾ ਜਿਹੜਾ ਗਲ ਜਾਂਦਾ। ਫਿਰ ਗਲ ਕਰਕੇ ਪਿਆਰਿਓ ਉਹ ਆਪਣੀ ਹੋਂਦ ਬਦਲ ਦਿੰਦਾ ਤੇ ਉਹ ਸਾਰਾ ਲੋਹਾ ਮਿਲ ਕਰਕੇ ਇੱਕ ਲੋਹਾ ਬਣ ਜਾਂਦਾ। ਤੇ ਸੁਨਾਰ ਵੀ ਪਿਆਰਿਓ ਕਈ ਵਾਰੀ ਆਪਾਂ ਕੀ ਕਰਦੇ ਹਾਂ, ਕੋਈ ਗਹਿਣਾ ਜਿਹੜਾ ਆਪਾਂ ਨੇ ਘੜ ਲਿਆ ਹੈ, ਸਮਝ ਲਿਓ ਕਿਸੇ ਨੇ ਮੁੰਦਰੀ ਬਣਾ ਲਈ ਹੈ, ਕਿਸੇ ਨੇ ਛਾਪ ਬਣਾ ਲਈ, ਕਿਸੇ ਨੇ ਕੰਨਾਂ ਦੀਆਂ ਵਾਲੀਆਂ ਬਣਾ ਲਈਆਂ, ਤੇ ਕੀ ਫਿਰ ਮਨ ਦੇ ਵਿੱਚ ਆਉਂਦਾ ਕਿ ਭਾਈ ਆ ਜਿਹੜਾ ਸੋਨਾ ਜਿਹੜਾ ਹੈ ਇਹਨੂੰ ਗਾਲ ਕਰਕੇ ਇੱਕ ਗੱਲ ਦਾ ਜਿਹੜਾ ਹੈ ਹਾਰ ਬਣਾਇਆ ਜਾਵੇ। ਕੀ ਕਰਦੇ ਆ ਆਪਾਂ, ਸੁਨਿਆਰ ਕੋਲ ਜਾ ਕਰਕੇ ਆ ਸੋਨਾ ਦੇ ਦਿੰਦੇ, ਕਹਿ ਦਿੰਦੇ ਕਿ ਭਾਈ ਆ ਸੋਨਾ ਗਾਲ ਕਰਕੇ ਗੱਲ ਦਾ ਹਾਰ ਨੈਕਲੈਸ ਜਿਹੜਾ ਭਾਈ ਤੂੰ ਬਣਾ ਦੇ। ਉਹ ਸੁਨਾਰ ਕੀ ਕਰਦਾ, ਇਹ ਥੋੜੀ ਕਹਿੰਦਾ ਕਿ ਭਾਈ ਆ ਜਿਹੜਾ ਤੇਰੀ ਮੁੰਦਰੀ ਹੈ, ਆ ਤੇਰੀ ਛਾਪ ਹੈ, ਇਹ ਕੰਨ ਦੀਆਂ ਵਾਲੀਆਂ, ਆ ਕੋਕਾ ਭਾਈ ਇਹ ਨਹੀਂ ਮਿਲ ਸਕਦਾ। ਉਹ ਕਹਿੰਦਾ ਕੋਈ ਗੱਲ ਨਹੀਂ ਹੈ। ਸੋਨੇ ਨੂੰ ਜਦੋਂ ਤਾਪ ਦਿੱਤਾ ਜਾਂਦਾ ਤਾਂ ਪਿਆਰਿਓ ਫਿਰ ਉਹਦਾ ਆਕਾਰ ਖਤਮ ਹੋ ਜਾਂਦਾ, ਫਿਰ ਸੋਨਾ ਜਿਹੜਾ ਮਿਲ ਜਾਂਦਾ। ਇੱਕ ਫਿਰ ਹੋ ਗਿਆ ਸੋਨਾ, ਫਿਰ ਉਹਨੂੰ ਫਿਰ ਦੂਜਾ ਆਕਾਰ ਦੇ ਵਿੱਚ ਉਹੀ ਸੁਨਿਆਰ ਜਿਹੜਾ ਘੜ ਦਿੰਦਾ ਹੈ। ਜਿਸ ਤਰ੍ਹਾਂ ਧਾਤ ਜਿਹੜੀ ਹੈ ਧਾਤ ਨੂੰ ਜਾ ਕਰਕੇ ਮਿਲਦੀ ਹੈ, ਲਿਵ ਲਿਵੈ ਕੋ ਧਾਵੈ, ਇਸ ਤਰ੍ਹਾਂ ਜਿਹੜਾ ਆਪਾਂ ਲਿਵ ਲਾਉਂਦੇ ਹਾਂ, ਲਿਵ ਜਿਹੜੀ ਹੈ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੋੜਦੇ ਹਾਂ, ਇਸ ਤਰ੍ਹਾਂ ਜਿਹਦੇ ਉੱਤੇ ਆਪਾਂ ਲਿਵ ਲਾਉਂਦੇ ਹਾਂ, ਇੱਕ ਦਿਨ ਲਿਵ ਲਾ ਕਰਕੇ ਆਪਾਂ ਜਿਸ ਤਰ੍ਹਾਂ ਧਾਤ ਦੇ ਵਿੱਚ ਮਿਲ ਜਾਂਦੀ ਹੈ, ਇਸ ਤਰ੍ਹਾਂ ਲਿਵ ਲਾਉਣ ਵਾਲਾ ਉਹ ਜਿਹਦੇ ਉੱਤੇ ਲਿਵ ਲਾ ਰਿਹਾ ਹੈ, ਪ੍ਰਮਾਤਮਾ ਦੇ ਉੱਤੇ ਆਪਾਂ ਲਿਵ ਲਾਉਂਦੇ ਆ, ਧਿਆਨ ਆਪਾਂ ਧਾਰਨ ਕਰਦੇ ਆ। ਕਿਹਦਾ ਧਿਆਨ ਧਾਰਨ ਕਰਦੇ, ਧਿਆਨ ਤਰੋ ਤਹਿ ਕੋ ਮਨ ਮੈਂ ਜਹ ਕੋ ਅਮਿਤੋਜ ਸਭ ਹੈ ਜਗ ਛਾਇਓ। ਜਿਹਦਾ ਅਮਿਤੋਜ ਬਹੁਤ ਜ਼ਿਆਦਾ ਬਲ ਸਾਰੇ ਸੰਸਾਰ ਦੇ ਵਿੱਚ ਛਾਇਆ ਹੋਇਆ, ਉਹਦਾ ਆਪਾਂ ਧਿਆਨ ਧਾਰਨ ਕਰਦੇ ਆ। ਧਿਆਨ ਲਾ ਕਰਕੇ ਪਿਆਰਿਓ ਇੱਕ ਦਿਨ ਧਿਆਨ ਲਾਉਣ ਵਾਲਾ ਨਹੀਂ ਰਹਿੰਦਾ, ਉਹ ਸਿਰਫ ਧਿਆਨ ਜਿਹਦੇ ਵਿੱਚ ਲਿਵ ਲਾ ਰਿਹਾ ਨਾ ਉਹਦੇ ਵਿੱਚ ਉਹ ਸਮਾ ਜਾਂਦਾ ਹੈ। ਭਾਵ ਕਿ ਪ੍ਰਮਾਤਮਾ ਦਾ ਪਿਆਰਾ ਉਹ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਸਮਾ ਜਾਂਦਾ, ਜੁੜ ਜਾਂਦਾ। ਗੁਰ ਪ੍ਰਸਾਦੀ ਜਾਣੀਐ, ਇਹ ਪਿਆਰਿਓ ਕਿਤੋਂ ਪ੍ਰਾਪਤ ਹੁੰਦੀ ਹੈ ਇਹ ਸਿੱਖਿਆ? ਗੁਰੂ ਦੀ ਕਿਰਪਾ ਦੇ ਨਾਲ ਇਹ ਅਵਸਥਾ ਨੂੰ ਆਪਾਂ ਮਾਣ ਸਕਦੇ ਹਾਂ। ਅਨੁਭਵ ਪਾਵੈ, ਤਾਂ ਜੇ ਗੁਰੂ ਦੀ ਕਿਰਪਾ ਹੋਵੇ, ਇਹ ਕਹਿਣ ਹੁਣ ਆਪਾਂ ਤਾਂ ਪਿਆਰਿਓ ਕਹਿ ਤਾਂ ਦਿੱਤਾ, ਕਥਨ ਤਾਂ ਕਰ ਦਿੱਤਾ, ਲੇਕਿਨ ਅਨੁਭਵ ਨਹੀਂ ਹੈ। ਅਨੁਭਵ ਗੁਰੂ ਦੀ ਕਿਰਪਾ ਦੇ ਨਾਲ ਇਹਦਾ ਆਪਾਂ ਨੂੰ ਪ੍ਰਾਪਤ ਹੋ ਸਕਦਾ। ਵਾਨਾ ਵਾੜੀ ਹੋਏ ਘਰ, ਸਤਿਗੁਰੂ ਮਹਾਰਾਜ ਜੀ ਨੇ ਅੱਗੇ ਬਚਨ ਕਰਨਾ ਕੀਤਾ। ਕਈ ਵਾਰੀ ਜਿਹੜੇ ਹਨ, ਜਿਹੜੇ ਗੁਣਾ ਦੇ ਗ੍ਰਾਹੀ ਹੁੰਦੇ ਹਨ, ਉਹਨਾਂ ਨੂੰ ਹੀ ਪਿਆਰਿਓ ਗੁਣਾ ਦੀ ਕਦਰ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਲਏ ਵਿਹਾਏ। ਤੇ ਜਿਹੜਾ ਗੁਣਾ ਦਾ ਗ੍ਰਾਹੀ ਹੁੰਦਾ, ਰਤਨਾ ਦਾ ਪਾਰਖੂ ਜਿਹੜਾ ਹੁੰਦਾ, ਤੇ ਕਬੀਰ ਸਾਹਿਬ ਜੀ ਨੇ ਕਿਹਾ ਨਾ ਕਬੀਰ, ਤੇ ਇਹ ਜੋ ਪ੍ਰਮਾਤਮਾ ਦੀ ਜੋ ਹੈ ਕਿਰਪਾ ਜੋ ਹੈ, ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹਿ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਇਹਨੂੰ ਭਾਈ ਤੂੰ ਖੋਲਣਾ ਨਾ ਕਰ, ਕਿਉਂਕਿ ਇਹ ਜਿਹੜੇ ਲੋਕ ਜਿਹੜੇ ਹਨ ਜਿਨ੍ਹਾਂ ਨੂੰ ਜਿਹਦੀ ਕਦਰ ਨਾ ਹੋਵੇ, ਉਹਦੇ ਅੱਗੇ ਤੁਸੀਂ ਕੋਈ ਚੀਜ਼ ਰੱਖਦੇ ਹੋ ਨਾ ਤੇ ਉਹਨਾਂ ਨੂੰ ਉਹਦੀ ਕਦਰ ਨਹੀਂ ਹੁੰਦੀ ਹੈ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਪਾਨਾ ਵਾੜੀ ਹੋਏ ਘਰ। ਪਾਨ ਜਿਹੜਾ ਹੁੰਦਾ ਨਾ ਬਹੁਤ ਵਡਮੁੱਲਾ ਹੁੰਦਾ, ਮਹਿੰਗਾ ਹੁੰਦਾ ਤਾਂ ਪਿਆਰਿਓ ਉਹ ਵੀ ਪੱਤਾ ਹੁੰਦਾ, ਲੇਕਿਨ ਆਮ ਪੱਤਿਆਂ ਦੇ ਵਿੱਚੋਂ ਉਹ ਕੀਮਤੀ ਪੱਤਾ ਹੁੰਦਾ ਹੈ। ਉਹਨੂੰ ਵੇਚ ਦਿਓ ਜਾਂ ਕਈ ਦਵਾਈਆਂ ਵੀ ਬਣਦੀਆਂ ਹਨ। ਲੇਕਿਨ ਤੁਹਾਡੇ ਕੋਲ ਪਾਨਾ ਦੀ ਵਾੜੀ ਹੋਵੇ, ਘਰ ਦੇ ਵਿੱਚ ਬਹੁਤ ਵੱਡਾ ਜਿਹੜਾ ਪਾਨਾ ਦੀ ਤੁਹਾਡੇ ਕੋਲ ਖੇਤੀ ਹੋਵੇ, ਹਰ ਸਾਰ ਨਾ ਜਾਣੈ, ਲੇਕਿਨ ਖਰ ਦਾ ਮਤਲਬ ਖੋਤਾ ਜਿਹੜਾ ਹੈ ਉਹ ਪਾਨਾ ਦੀ ਸਾਰ ਥੋੜੀ ਜਾਣਦਾ। ਉਹ ਇਹ ਥੋੜੀ ਕਹਿੰਦਾ ਕਿ ਭਾਈ ਕਿ ਇਹ ਵਧੀਆ ਇਹ ਪਾਨ ਹੈ, ਪੱਤਾ ਹੈ। ਉਹਨੇ ਤਾਂ ਜਿਸ ਤਰ੍ਹਾਂ ਕਿ ਉਹ ਦੂਜੇ ਪੱਤਿਆਂ ਨੂੰ ਖਾ ਜਾਂਦਾ, ਚਬਾ ਜਾਂਦਾ, ਉਹਨੂੰ ਵੀ ਉਸ ਤਰ੍ਹਾਂ ਹੀ ਉਹ ਪਿਆਰਿਓ ਚਬਾ ਜਾਂਦਾ। ਉਹਨੂੰ ਪਾਨਾ ਦੀ ਸਾਰ ਥੋੜੀ ਹੁੰਦੀ ਹੈ, ਉਹਨੂੰ ਪਾਨਾ ਦੀ ਥੋੜੀ ਇਹ ਹੁੰਦੀ ਹੈ, ਪਹਿਚਾਣ ਹੁੰਦੀ ਹੈ ਕਿ ਭਾਈ ਇਹ ਕੀਮਤੀ ਪੱਤਾ ਹੈ, ਇਹਨੂੰ ਨਹੀਂ ਖਾਣਾ ਚਾਹੀਦਾ। ਰਸਿਆ ਹੋਵੇ ਮੁਸ਼ਕ ਕਾ,
ਸਤਿਗੁਰੂ ਮਹਾਰਾਜ ਜੀ ਨੇ ਅਗਲਾ ਦ੍ਰਿਸ਼ਟਾਂਤ ਦਿੱਤਾ ਕਿ ਜਿਹੜਾ ਰਸੀਆ ਹੁੰਦਾ ਨਾ ਮੁਸ਼ਕ ਦਾ, ਜਿਹਨੂੰ ਖੁਸ਼ਬੂ ਦਾ ਬਹੁਤ ਜ਼ਿਆਦਾ ਰਸ ਕਸ ਹੋਵੇ, ਤਬ ਫੂਲ ਪਛਾਣੈ। ਕੋਈ ਬੰਦਾ ਪਿਆਰਿਓ ਫੁੱਲ ਦੀ ਪਹਿਚਾਣ ਕਰ ਸਕਦਾ ਹੈ। ਫੁੱਲ ਦੀ ਕਦਰ ਜਿਹੜਾ ਹੈ, ਜਿਹੜਾ ਰਸੀਆ ਹੋਵੇ ਤੇ ਰਸੀਆ ਹੋਵੇ ਮੁਸ਼ਕ ਕਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਜੇ ਗੁਣ ਹੋਵਨ ਸਾਂਝਨਾ ਮਿਲ ਸਾਂਝ ਕਰੀ ਜੈ। ਸਾਂਝ ਕਰੀ ਜੈ ਗੁਨਾਹ ਕੇਰੀ ਛੋੜ ਅਵਗੁਣ ਚੱਲੀਐ। ਪਹਿਰੇ ਪਟੰਬਰ ਕਰ ਅਡੰਬਰ ਆਪ ਨੜਾ ਫਿਰ ਮਿਲੀਐ। ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੀਐ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਕਿ ਜਿਹੜੇ ਗੁਣਾ ਦੇ ਜਿਹੜੇ ਗ੍ਰਾਹੀ ਹੁੰਦੇ ਹਨ, ਜਿਸ ਤਰ੍ਹਾਂ ਕਿ ਇੱਕ ਨਿਕੰਮਾ ਬੰਦਾ ਜਿਹਨੂੰ ਫੁੱਲਾਂ ਦੀ ਸਾਰ ਨਾ ਹੋਵੇ, ਆਪਾਂ ਜਦੋਂ ਗੁਲਾਬ ਦੇ ਫੁੱਲ ਦੇ ਕੋਲ ਜਾਂਦੇ ਆ, ਆਪਾਂ ਫਿਰ ਇੱਕ ਤਾਰਕਿਕ ਬੰਦਾ ਜਿਹਨੂੰ ਗੁਲਾਬ ਦੀ ਕਦਰ ਨਾ ਹੋਵੇ, ਉਹ ਕਹਿ ਦਿੰਦਾ ਯਾਰ ਇੱਕ ਗੁਲਾਬ ਦਾ ਫੁੱਲ, ਉਹਦੇ ਮਗਰ 1000 ਕਾਂਟਾ 1000 ਕੰਡੇ ਹਨ, ਉਹਦੇ ਮਗਰ ਇੱਕ ਗੁਲਾਬ ਦਾ ਫੁੱਲ, ਉਹਨੂੰ ਹੱਥ ਲਾਉਂਦਾ ਕੰਡੇ ਲੱਗਦੇ, ਉਹ ਕਹਿੰਦਾ ਜੀ ਇਹਨੂੰ ਉਜਾੜ ਦਿਓ, ਖਤਮ ਕਰ ਦਿਓ। ਲੇਕਿਨ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਜੇ ਗੁਣਾ ਦਾ ਗ੍ਰਾਹੀ ਹੋਵੇ ਨਾ ਵਾਸਲਾ ਹੋਵੇ, ਅਤਰ ਕੱਢਣ ਵਾਲਾ, ਉਹ ਪਿਆਰਿਓ ਕੰਡੇ ਵੱਲ ਨਹੀਂ ਤੱਕਦਾ, ਉਹ ਬਹੁਤ ਸੁਚੇਤ ਹੋ ਕਰਕੇ ਕੰਡਿਆਂ ਨੂੰ ਮੋੜ ਦਿੰਦਾ, ਤੋੜ ਦਿੰਦਾ। ਉਹ ਫੁੱਲ ਨੂੰ ਤੋੜ ਕਰਕੇ ਉਹਦੇ ਅੰਦਰੋਂ ਦਾ ਜੋ ਮਕਰੰਦ ਰਸ ਹੈ, ਉਹਦੇ ਅੰਦਰ ਦਾ ਇਤਰ ਅਰਕ ਜਿਹੜਾ ਉਹ ਕੱਢ ਲੈਂਦਾ ਹੈ। ਉਹ ਫਿਰ ਗੁਣਾ ਦੇ ਨਾਲ ਭਰ ਜਾਂਦਾ, ਉਹ ਕੁਛ ਲੈ ਜਾਂਦਾ। ਲੇਕਿਨ ਜਿਹੜੇ ਨਿਕੰਮੇ ਹੁੰਦੇ ਹਨ, ਉਹ ਕਹਿ ਦਿੰਦੇ ਯਾਰ ਕਾਹਦਾ ਗੁਲਾਬ ਦਾ ਫੁੱਲ ਕੰਡੇ ਵੱਜਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਜਿਹੜੇ ਗੁਣਾ ਦੇ ਗ੍ਰਾਹੀ ਹੁੰਦੀ ਤਾਂ ਬਹੁਤ ਪਿਆਰਾ ਗੁਰਬਾਣੀ ਦੇ ਵਿੱਚ ਸਤਿਗੁਰ ਜਿਸ ਤਰ੍ਹਾਂ ਕੇ ਪਿਆਰਿਓ ਆਨੀਲੇ ਕਾਗਤ ਕਾਟੀਲੇ ਗੂੜੀ ਆਕਾਸ਼ ਮਦੇ ਭ੍ਰਮੀ ਅਲੇ ਪੰਜ ਜਨਾ ਸਿਉ ਬਾਦ ਪਟਉਆ ਚੀਤ ਸੋ ਡਾ। ਕਿ ਅੱਜ ਤਾਂ ਉਹ ਜ਼ਮਾਨਾ ਖਤਮ ਹੋ ਗਿਆ, ਲੇਕਿਨ ਅਸੀਂ ਵੀ ਪਿਆਰਿਓ ਆਪਣੇ ਬਚਪਨ ਦੇ ਵਿੱਚ ਵੇਖਿਆ, ਗ੍ਰਾਮੀਣ ਇਲਾਕਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਹੁਣ ਤਾਂ ਘਰਾਂ ਦੇ ਵਿੱਚ ਨਲਕੇ ਲੱਗ ਗਏ ਹਨ, ਪਾਣੀ ਦਾ ਕਨੈਕਸ਼ਨ ਆ ਗਿਆ। ਲੇਕਿਨ ਪਹਿਲੇ ਜੋ ਹਨ ਪਨਹਾਰੀ ਜਿਹੜੀ ਹੁੰਦੀ ਹੈ, ਪਾਣੀ ਭਰਨ ਵਾਲੀਆਂ ਬੀਬੀਆਂ, ਤੇ ਫਿਰ ਪਾਣੀ ਪਿਆਰਿਓ ਜਿੱਥੋਂ ਜਲ ਦੇ ਸੋਮੇ ਹੁੰਦੇ ਸਨ, ਉਥੋਂ ਜਾ ਕਰਕੇ ਜਲ ਲੈ ਕੇ ਆਉਣਾ। ਤੇ ਜਲ ਵੀ ਕਿਸ ਤਰ੍ਹਾਂ ਲੈ ਕੇ ਆਉਂਦੇ ਕਿ 1 ਕਿਲੋਮੀਟਰ, ਕਈ ਵਾਰੀ 2-2 ਕਿਲੋਮੀਟਰ, 3-3 ਕਿਲੋਮੀਟਰ ਤੋਂ ਜਲ ਨੂੰ ਲੈ ਕੇ ਆਉਣਾ ਪੈਂਦਾ। ਤੇ ਫਿਰ ਸਿਆਣੇ ਕੀ ਕਰਦੇ ਸਨ, ਬੀਬੀਆਂ ਆਦਿਕ, ਕਿ ਇੱਕ ਵਾਰੀ ਇੱਕ ਘੜਾ ਲੈ ਕੇ ਆਓ, ਆਉਣ ਜਾਣ ਦੇ ਵਿੱਚ ਹੀ ਬੜਾ ਥਕੇਵਾਂ ਚੜ ਜਾਂਦਾ। ਤੇ ਬੀਬੀਆਂ ਕਿਸ ਤਰ੍ਹਾਂ ਕੀ ਕਰਦੀਆਂ ਸਨ ਕਿ ਵੱਡਾ ਸਾਰਾ ਘੜਾ ਹੇਠ ਰੱਖਣਾ, ਉਹਦੇ ਉੱਤੇ ਨਿੱਕਾ ਉਤੋਂ ਥੋੜਾ ਛੋਟਾ ਘੜਾ ਰੱਖਣਾ, ਫਿਰ ਉਦੋਂ ਹੇਠ ਉੱਤੇ, ਫਿਰ ਉਦੋਂ ਛੋਟਾ, ਇਸ ਤਰ੍ਹਾਂ 4-5 ਘੜੇ ਜਿਹੜੇ ਹਨ ਆਪਣੇ ਸਿਰ ਦੇ ਉੱਤੇ ਟਿਕਾ ਲੈਂਦੀਆਂ ਸਨ। ਖਾਸ ਕਰਕੇ ਥਾਰ ਦਾ, ਰਾਜਸਥਾਨ ਦਾ ਇਲਾਕਾ ਅੱਜ ਵੀ ਪਿਆਰਿਓ, ਜਿੱਥੇ ਪੂਰਾ ਜਲ ਦਾ ਪ੍ਰਬੰਧ ਨਾ ਹੋਵੇ, ਅੱਜ ਵੀ ਇਹ ਨਜ਼ਾਰੇ ਉਥੋਂ ਵੇਖਣ ਵਾਸਤੇ ਸਾਨੂੰ ਪ੍ਰਾਪਤ ਹੁੰਦੇ ਹਨ। ਤੇ ਬੀਬੀਆਂ ਉਹਨਾਂ ਦਾ ਫਿਰ ਜਥਾ, ਕਈ ਬੀਬੀਆਂ ਜਿਹੜੀਆਂ ਹਨ ਤੇ ਉਹ ਚੱਲ ਜਾਂਦੀਆਂ, ਜਾ ਕਰਕੇ ਫਿਰ ਉਥੋਂ ਪਾਣੀ ਭਰ ਕੇ 4-5 ਘੜੇ ਆਪਣੇ ਸਿਰ ਦੇ ਉੱਤੇ ਟਿਕਾ ਕਰਕੇ, ਕਿੰਨਾ ਪਿਆਰਿਓ ਬੈਲੈਂਸ ਰੱਖਣਾ ਪੈਂਦਾ। ਇੱਕ ਵੀ ਘੜਾ ਜਿਹੜਾ ਸਿਰ ਦੇ ਉੱਤੇ, ਤੇ ਹੱਥ ਵੀ ਨਹੀਂ ਲਾਉਂਦੀਆਂ ਬੀਬੀਆਂ, ਹੱਥ ਉਹਨਾਂ ਦੇ ਥੱਲੇ ਹੁੰਦੇ ਹਨ। ਤੇ ਫਿਰ ਬੀਬੀਆਂ ਦਾ ਜਥਾ ਜਿਹੜਾ ਅੱਜ 10 ਬੀਬੀਆਂ, ਤੇ ਪੂਰੀਆਂ ਜਦੋਂ ਆਉਂਦੀਆਂ ਨਾ ਭਰ ਕੇ ਪਾਣੀ, ਤੇ ਗੱਲਾਂ ਬਾਤਾਂ ਕਰਦੀਆਂ, ਹੱਸਦੀਆਂ ਖੇਡਦੀਆਂ। ਬੇਸ਼ੱਕ ਪਿਆਰਿਓ ਉਹ ਹੱਸਦੀਆਂ ਖੇਡਦੀਆਂ, ਲੇਕਿਨ ਉਹਨਾਂ ਦੀ ਸੁਰਤੀ ਜਿਹੜੀ ਹੈ ਘੜੇ ਦੇ ਵਿੱਚ ਹੀ ਟਿਕੀ ਹੋਈ ਹੁੰਦੀ ਹੈ। ਜੇ ਉਹਨਾਂ ਦੀ ਸੁਰਤ ਹਟ ਜਾਵੇ ਤੇ ਉਸੇ ਵੇਲੇ ਧੜਾਮ ਕਰਕੇ ਘੜੇ ਗਿਰ ਜਾਂਦੇ ਹਨ। ਮਹਾਰਾਜ ਜੀ ਨੇ ਇਹ ਉਦਾਹਰਣ ਦਿੱਤੀ ਹੈ, ਜਿਸ ਤਰ੍ਹਾਂ ਇੱਕ ਬੀਬੀ ਉਹ 4-5 ਘੜਿਆਂ ਨੂੰ ਆਪਣੇ ਸਿਰ ਦੇ ਉੱਤੇ ਰੱਖ ਕਰਕੇ ਬੈਲੈਂਸ ਬਣਾ ਕਰਕੇ ਚੱਲਦੀ ਹੈ। ਬੈਲੈਂਸ ਕਿਉਂ ਬਣਦਾ? ਕਿਉਂਕਿ ਪੂਰਾ ਧਿਆਨ, ਪੂਰਾ ਚਿੱਤ ਜਿਹੜਾ ਘੜਿਆਂ ਦੇ ਵਿੱਚ ਸੀ, ਤਾਂ ਕਰਕੇ ਬੈਲੈਂਸ ਬਣਦਾ। ਜੇ ਚਿੱਤ ਹਟ ਜਾਵੇ ਉਥੋਂ ਤੇ ਬੈਲੈਂਸ ਟੁੱਟ ਜਾਂਦਾ, ਉਸੇ ਵੇਲੇ ਘੜੇ ਗਿਰ ਜਾਂਦੇ। ਇਸ ਤਰ੍ਹਾਂ ਦੀ ਤੂੰ ਸੁਰਤ ਲਾਉਣਾ ਕਰ। ਜਿਸ ਤਰ੍ਹਾਂ ਇੱਕ ਮਾਂ ਜਿਹੜੀ ਹੈ, ਨਿੱਕਾ ਜਿਹਾ ਬੱਚਾ ਹੁੰਦਾ, ਬਾਲਕ ਹੁੰਦਾ, ਬੇਸ਼ੱਕ ਪਿਆਰਿਓ ਇਹ ਨਜ਼ਾਰਾ, ਕਿਉਂਕਿ ਇਹ ਦੂਜੇ ਨਜ਼ਾਰੇ ਤਾਂ ਕਈ ਵਾਰੀ ਘੱਟ ਵੇਖਣ ਨੂੰ ਮਿਲਦੇ, ਲੇਕਿਨ ਜੋ ਮਾਵਾਂ ਹਨ
ਤੇ ਉਹਨਾਂ ਨੂੰ ਜਦੋਂ ਛੋਟੇ ਨਿੱਕੇ ਬੱਚੇ ਹੁੰਦੇ ਮਾਂ ਜਿਹੜੀ ਹੈ ਕੰਮ ਕਾਜ ਦੇ ਵਿੱਚ ਅੰਤਰ ਬਾਹਰ ਕਾਜ ਵਿਰੋਧੀ ਤੇ ਕੀਤ ਸੋ ਬਾਲਕ ਰਾਖੀ ਵਾਲੇ ਕੰਮ ਤਾਂ ਕਰਦੀ ਹੈ, ਘਰ ਦੇ ਵਿੱਚ ਪ੍ਰਸ਼ਾਦਾ ਪਕਾਏਗੀ, ਬਹੁਤ ਚੀਕਾ ਫੂਕੀ ਹੁੰਦੀ ਹੈ, ਲੇਕਿਨ ਥੋੜਾ ਵੀ ਬੱਚਾ ਕੁਮਲਾ ਜਾਵੇ ਜਾਂ ਬੱਚਾ ਥੋੜਾ ਵੀ ਆਵਾਜ਼ ਕਰੇ ਇੱਕਦਮ ਮਾਂ ਜਿਹੜੀ ਹੈ ਦੌੜ ਕੇ ਆਪਣੇ ਬੱਚੇ ਦੇ ਕੋਲ ਚੱਲ ਜਾਂਦੀ, ਕਿਉਂਕਿ ਬੇਸ਼ੱਕ ਉਹ ਕੰਮ ਤਾਂ ਕਰਦੀ ਹੈ ਲੇਕਿਨ ਉਹਦੀ ਸੁਰਤ ਬੱਚੇ ਦੇ ਵਿੱਚ ਲੱਗੀ ਹੋਈ ਹੁੰਦੀ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਤੂੰ ਵੀ ਭਾਈ ਜੋ ਸੁਰਤ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਨਾ ਕਰ। ਚੌਪਈ ਇਸ ਪ੍ਰਕਾਰ ਕੀ ਸੁਨ ਕਰ ਬਾਣੀ, ਇਸ ਤਰ੍ਹਾਂ ਦੀ ਮਹਾਰਾਜ ਜੀ ਤੋਂ ਬਾਣੀ ਸੁਣ ਕਰਕੇ ਪਰਿਓ ਚਰਨ ਪਰ ਬਿਨੈ ਬਖਾਨੀ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਪੈ ਗਿਆ, ਬੇਨਤੀ ਬਾਚਨ ਕਰਨਾ ਕੀਤਾ। ਤਹਿ ਇੱਕ ਡੰਡਾ ਕਰ ਮਾਹੀ, ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਡੰਡਾ ਜਿਹੜਾ ਲੈ ਕਰਕੇ ਬਖਸ਼ਿਓ ਜਾਨ ਦਾਸ ਗੁਰ ਤਾਹੀ, ਸਤਿਗੁਰੂ ਮਹਾਰਾਜ ਜੀ ਨੇ ਆਪਣਾ ਦਾਸ ਜਾਣ ਕਰਕੇ ਆਪਣੇ ਹੱਥ ਦੇ ਵਿੱਚ ਜਿਹੜਾ ਡੰਡਾ ਧਾਰਨ ਕਰਦੇ ਸਨ ਨਾ, ਸਤਿਗੁਰੂ ਮਹਾਰਾਜ ਜੀ ਨੇ ਉਹ ਡੰਡਾ ਜਿਹੜਾ ਉਹਨੂੰ ਦੇ ਦਿੱਤਾ ਮਾਨ ਚੰਦ ਨੂੰ। ਮਾਨ ਚੰਦ ਲੈ ਸਿਰ ਪਰ ਧਰਿਓ, ਮਾਨ ਚੰਦ ਨੇ ਉਹ ਡੰਡਾ ਲੈ ਕਰਕੇ ਪਿਆਰਿਓ ਦੇਖੋ ਕਿੰਨੀ ਸ਼ਰਧਾ ਸੀ, ਉਹ ਡੰਡਾ ਆਪਣੇ ਸਿਰ ਦੇ ਉੱਤੇ ਰੱਖਿਆ, ਭਾਵ ਕਿ ਉਹ ਡੰਡਾ ਆਪਣੇ ਸਿਰ ਦੇ ਉੱਤੇ ਉਹਨੇ ਮਾਰਨਾ ਕੀਤਾ। ਜਨਮ ਮਰਨ ਕੋ ਦੁੱਖ ਸਭ ਹਰਿਓ, ਬਸ ਮਹਾਰਾਜ ਜੀ ਦੀ ਕਿਰਪਾ ਹੋ ਗਈ ਹੈ, ਜਨਮ ਮਰਨ ਦਾ ਦੁੱਖ ਖਤਮ ਹੋ ਗਿਆ, ਦਾ ਪ੍ਰੇਮ ਉਮੜ ਕਰਕੇ ਆ ਗਿਆ, ਪ੍ਰੇਮ ਦੇ ਵਿੱਚ ਭਿੱਜ ਗਿਆ, ਮਸਤਾਨਾ ਹੋ ਗਿਆ, ਮਸਤ ਹੋ ਗਿਆ, ਮਹਾਪੁਰਖ ਭਾ ਪੂਰਨ ਗਿਆਨਾ, ਮਹਾਂਪੁਰਖ ਬਣ ਗਿਆ ਹੈ, ਪੂਰਾ ਗਿਆਨ ਉਹਨੂੰ ਪ੍ਰਾਪਤ ਹੋ ਗਿਆ ਹੈ ਮਾਨ ਚੰਦ ਨੂੰ। ਸੰਪਟ ਮਾਨ ਚੰਦ ਕਹਿ ਪਾਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਉਹ ਸੰਪਟ ਉਹ ਡੰਡਾ ਲੈ ਕਰਕੇ ਜਗਤੇਸ਼ਵਰ ਇਹ ਡੰਡ ਮਹਾਨਾ, ਕਹਿੰਦਾ ਸਤਿਗੁਰੂ ਮਹਾਰਾਜ ਇਹ ਤੁਹਾਡਾ ਡੰਡਾ ਜਿਹੜਾ ਨਾ ਬਹੁਤ ਮਹਾਨ ਹੈ, ਬਹੁਤ ਕਮਾਲ ਦਾ ਇਹ ਡੰਡਾ। ਸੇਮੁਖ ਜਿਨ ਕਰਦੀ ਮਮ ਪੂਤਾ, ਵਚਨ ਕਰਨਾ ਕੀਤਾ ਸਤਿਗੁਰੂ ਮਹਾਰਾਜ, ਇਹ ਡੰਡੇ ਨੇ ਮੇਰੀ ਮਤ ਨੂੰ ਪਵਿੱਤਰ ਕਰ ਦਿੱਤਾ ਹੈ, ਪਵਿੱਤਰ। ਮੇਰੀ ਮਤ ਤਾਂ ਮਲੀਨ ਸੀ ਲੇਕਿਨ ਇਹ ਡੰਡੇ ਨੂੰ ਮੈਂ ਜਦੋਂ ਡੰਡਾ ਆਪਣੇ ਮੱਥੇ ਤੇ ਮਾਰਿਆ ਨਾ ਤਾਂ ਮੇਰੀ ਮਤ ਜਿਹੜੀ ਹੈ ਇਹ ਪਵਿੱਤਰ ਹੋ ਗਈ ਹੈ। ਆਪ ਨੂੰ ਪਿਆਰਿਓ ਪਤਾ ਹੋਵੇਗਾ ਕਿ ਨਿਹੰਗ ਸਿੰਘ ਉਹਨਾਂ ਦੇ ਵੱਖਰੇ ਬੋਲੇ ਹੁੰਦੇ ਹਨ, ਖਾਲਸੇ ਦਾ ਜੋ ਬੋਲਾ ਹੁੰਦਾ ਤੇ ਬਹੁਤ ਪਿਆਰਿਓ ਕਮਾਲ ਦੇ ਉਹਦੇ ਵਿੱਚ ਬੋਲੇ ਹੁੰਦੇ। ਤੇ ਜਿਸ ਤਰ੍ਹਾਂ ਕਿ ਜਦੋਂ ਕੋਈ ਮਾਸਟਰ ਜਿਹੜਾ ਹੈ ਉਸਤਾਦ ਬੱਚਿਆਂ ਨੂੰ ਪੜਾਉਂਦਾ, ਆਪਾਂ ਕਹਿੰਦੇ ਜੀ ਛੜੀ ਦਿਓ, ਡੰਡਾ ਦਿਓ, ਲੇਕਿਨ ਨਿਹੰਗ ਸਿੰਘ ਜਿਹੜਾ ਹੈ ਉਹ ਆਪਣੇ ਖਾਲਸਾਈ ਬੋਲੇ ਦੇ ਵਿੱਚ ਛੜੀ ਨਹੀਂ ਬੋਲਦਾ, ਡੰਡੇ ਨੂੰ ਉਹ ਬੋਲਦੇ ਜੀ ਅਕਲਦਾਨ, ਇਹ ਅਕਲਦਾਨ ਦੇ ਭਾਈ। ਤੇ ਉਹ ਫਿਰ ਜਦੋਂ ਬੱਚਾ ਨਹੀਂ ਪੜਦਾ ਤੇ ਕਹਿੰਦੇ ਬੇਟਾ ਚੰਗੀ ਤਰ੍ਹਾਂ ਪੜ ਲੈ ਨਹੀਂ ਤਾਂ ਤੈਨੂੰ ਅਕਲਦਾਨ ਦੇ ਦਿੱਤੀ ਜਾਵੇਗੀ, ਇਹਦਾ ਮਤਲਬ ਡੰਡੇ ਦੇ ਨਾਲ ਤੈਨੂੰ ਮਾਰਿਆ ਜਾਵੇਗਾ। ਪਿਆਰਿਓ ਬਚਨ ਬੜਾ ਪਿਆਰਾ ਹੈ ਅਕਲਦਾਨ, ਕਿ ਇਹਦੇ ਨਾਲ ਅਕਲ ਜਿਹੜੀ ਆ ਟਿਕਾਣੇ ਆ ਜਾਂਦੀ ਹੈ, ਬੰਦੇ ਨੂੰ ਅਕਲ ਪ੍ਰਾਪਤ ਹੋ ਜਾਂਦੀ ਹੈ। ਜਿਹੜਾ ਬਚਨ ਹੈ ਇਹਨੇ ਮਾਨ ਚੰਦ ਨੇ ਕੀਤਾ ਨਾ, ਡੰਡਾ ਤਾਂ ਮਹਾਰਾਜ ਆਪ ਜੀ ਨੇ ਦਿੱਤਾ ਤੇ ਇਹਦੇ ਨਾਲ ਮੇਰੀ ਅਕਲ ਬਦਲ ਗਈ ਹੈ, ਮੈਨੂੰ ਅਕਲ ਆ ਗਈ, ਮੇਰੀ ਮਤ ਜਿਹੜੀ ਹੈ ਉਹ ਸਿੱਧੀ ਹੋ ਗਈ ਹੈ। ਕਿਉਂਕਿ ਅੱਜ ਕੱਲ ਤਾਂ ਪਿਆਰਿਓ ਸਕੂਲਾਂ ਦੇ ਵਿੱਚ ਵੀ ਕਾਲਜਾਂ ਦੇ ਵਿੱਚ ਵੀ ਇਹ ਬੈਨ ਕਰ ਦਿੱਤਾ, ਸਰਕਾਰ ਨੇ ਕਹਿ ਦਿੱਤਾ ਕਿ ਭਾਈ ਕਿਸੇ ਬੱਚੇ ਨੂੰ ਮਾਰਨਾ, ਚਪੇੜ ਵੀ ਮਾਰਨੀ ਹੈ, ਇਹ ਵੀ ਪਿਆਰਿਓ ਹਿੰਸਾ ਬਣ ਗਈ ਹੈ। ਕੋਈ ਜਾ ਕਰਕੇ ਸ਼ਿਕਾਇਤ ਕਰ ਦਵੇ ਕਿ ਜੀ ਫਲਾਣੇ ਮਾਸਟਰ ਨੇ ਬੱਚੇ ਨੂੰ ਜਿਹੜਾ ਵਿਦਿਆਰਥੀ ਨੂੰ ਮਾਰਨਾ ਕੀਤਾ ਜਾਂ ਡੰਡਾ ਇਹ ਕੀਤਾ, ਬਸ ਲਾ ਹੋ ਜਾਂਦੀ ਹੈ, ਮੀਡੀਆ ਦੇ ਵਿੱਚ ਆ ਜਾਂਦਾ, ਬੱਚਿਆਂ ਦੇ ਉੱਤੇ ਨਾ ਇਨਸਾਫੀ ਹੋ ਰਹੀ ਹੈ, ਬੱਚਿਆਂ ਦੇ ਉੱਤੇ ਜ਼ੁਲਮ ਢਾਇਆ ਜਾ ਰਿਹਾ, ਇਹ ਹੋ ਰਿਹਾ ਉਹ ਹੋ ਰਿਹਾ। ਤਾਂ ਹੀ ਤਾਂ ਪਿਆਰਿਓ ਅੱਜ ਜਿਹੜੇ ਬੱਚੇ ਵੀ ਜਿਹੜੇ ਹਨ ਬੜੇ ਵਿਗੜੇ ਤਿਗੜੇ, ਕਿ ਅਕਲਦਾਨ ਹੀ ਨਹੀਂ ਮਿਲ ਰਿਹਾ। ਇੱਥੇ ਤਾਂ ਪਿਆਰਿਓ ਆਪਣੇ ਕੋਲ ਤਾਂ ਚਲੋ ਥੋੜਾ ਬਹੁਤ ਠੀਕ ਹੈ, ਲੇਕਿਨ ਬਾਹਰ ਵਿਦੇਸ਼ਾਂ ਦੇ ਵਿੱਚ ਆਪ ਜੀ ਵੇਖੋ ਉਹਨਾਂ ਨੇ ਇੱਕ ਕਾਨੂੰਨ ਬਣਾ ਦਿੱਤਾ, ਜੇ ਬੱਚੇ ਨੇ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹੈ, ਕਹਿ ਦਿੱਤਾ ਕਿ ਪੁਲਿਸ ਵਾਲਿਓ ਮੇਰੀ ਮਾਂ ਜਾਂ ਮੇਰਾ ਪਿਓ ਮੈਨੂੰ ਇਹਨੇ ਮਾਰਨਾ ਕੀਤਾ, ਮੈਨੂੰ ਚਪੇੜ ਮਾਰੀ, ਤੁਰੰਤ ਪਿਆਰਿਓ ਪੁਲਿਸ ਵਾਲੇ ਆ ਕਰਕੇ ਉਹਦੇ ਮਾਂ ਪਿਓ ਦੇ ਉੱਤੇ ਕੇਸ ਠੋਕ ਦਿੰਦੇ, ਕਹਿ ਦਿੰਦੇ ਕਿ ਇਹਨਾਂ ਨੂੰ ਬੱਚੇ ਨੂੰ ਪਾਲਣ ਦਾ ਕੋਈ ਅਧਿਕਾਰ ਨਹੀਂ ਹੈ, ਇਹ ਬੱਚਿਆਂ ਦੇ ਉੱਤੇ ਹਿੰਸਾ ਕਰਦੇ ਹਨ, ਉਹਨਾਂ ਦੇ ਉੱਤੇ ਮੁਕੱਦਮਾ ਚੱਲਦਾ ਹੈ, ਉਹਨਾਂ ਨੂੰ ਜੁਰਮਾਨਾ ਲਾਇਆ ਜਾਂਦਾ। ਇਸ ਕਰਕੇ ਤਾਂ ਪਿਆਰਿਓ ਕਿਉਂਕਿ ਬੱਚਾ ਜਿਹੜਾ ਹੁੰਦਾ
ਕਈ ਵਾਰੀ ਬੱਚੇ ਜਿਹੜੇ ਹਨ ਉਹਨਾਂ ਨੂੰ ਸਮਝਾਉਣ ਦੇ ਵਾਸਤੇ ਸਾਨੂੰ ਸਖਤੀ ਵਰਤਣੀ ਪੈਂਦੀ ਹੈ, ਉਹਨਾਂ ਨੂੰ ਮਾਰਨਾ ਵੀ ਪੈਂਦਾ, ਤਾੜਨਾ ਵੀ ਦੇਣੀ ਪੈਂਦੀ ਹੈ। ਤਾਂ ਹੀ ਤਾਂ ਇਹ ਹਿੰਸਾ ਦੇ ਵਿੱਚ ਨਹੀਂ ਹੈ। ਹਿੰਸਾ ਦਾ ਮਤਲਬ ਕਿ ਜ਼ਬਰੀ ਜਿਹੜਾ ਕੋਈ ਬੱਚਾ ਐਨ ਚੰਗੀ ਤਰ੍ਹਾਂ ਪੜਦਾ ਹੋਵੇ, ਤੁਸੀਂ ਆਪਣੀ ਪੜਾਸ ਕੱਢੀ ਜਾਓ, ਮਾਰ ਮਾਰ ਕਰਕੇ ਉਹਦੀ ਚੰਮ ਉਧੇੜ ਦਿਓ, ਉਹ ਗਲਤ ਗੱਲ ਹੈ। ਲੇਕਿਨ ਹਾਂ, ਕੋਈ ਜਦੋਂ ਨਹੀਂ ਪੜਦਾ, ਨਹੀਂ ਸੁਣਦਾ, ਆਖੇ ਲੱਗਦਾ, ਤੇ ਉਹਨੂੰ ਤਾਂ ਫਿਰ ਕਈ ਵਾਰੀ ਮਾਰਨਾ ਪੈਂਦਾ, ਉਹਨੂੰ ਸਮਝਦਾਰੀ ਦੇਣੀ ਪੈਂਦੀ ਹੈ। ਜੇ ਇਹ ਦ੍ਰਿਸ਼ਟਾਂਤ ਦੇ ਨਾਲ ਵੇਖੋਗੇ ਤੇ ਮਾਂ ਵੀ ਜਿਹੜੀ ਆ ਆਪਣੇ ਬੱਚੇ ਨੂੰ ਮਾਰਦੀ ਹੈ। ਕੀ ਪਿਆਰਿਓ, ਮਾਂ ਆਪਣੇ ਬੱਚੇ ਦੀ ਦੁਸ਼ਮਣ ਥੋੜੀ ਬਣ ਗਈ। ਪਿਓ ਵੀ ਆਪਣੇ ਬੱਚੇ ਨੂੰ ਮਾਰਦਾ। ਕੀ ਪਿਓ ਦਾ ਮਾਰਿਆ ਹੋਇਆ ਆਪਾਂ ਕਹਿ ਸਕਦੇ ਹਾਂ ਕਿ ਇਹ ਬੱਚੇ ਦੇ ਉੱਤੇ ਹਿੰਸਾ ਕਰ ਰਿਹਾ ਹੈ, ਇਹ ਬੱਚੇ ਨੂੰ ਤਾੜਨਾ ਦੇ ਰਿਹਾ? ਨਹੀਂ ਪਿਆਰਿਓ, ਉਹਦੇ ਮਾਰਨ ਦੇ ਵਿੱਚ, ਉਹਦੇ ਤਾੜਨ ਦੇ ਵਿੱਚ ਵੀ, ਤਾੜਨਾ ਦੇ ਵਿੱਚ ਵੀ ਕਰੁਣਾ ਹੁੰਦੀ ਹੈ ਕਿ ਬੱਚਾ ਜਿਹੜਾ ਸੁਧਰ ਜਾਵੇ। ਜੇ ਬੱਚਾ ਪਿਆਰਿਓ ਨਾ ਸੁਧਰੇ, ਨਾ ਤਾੜਨਾ ਦਿਓ, ਨਾ ਕੁਛ ਬੋਲੋ, ਉਹ ਬੱਚੇ ਫਿਰ ਵਿਗੜ ਜਾਂਦੇ ਹਨ, ਗਲਤ ਰਾਸਤੇ ਪੈ ਜਾਂਦੇ। ਅੱਜ ਪਿਆਰਿਓ ਇਹੀ ਤਾਂ ਗੱਲ ਹੈ ਬਹੁਤਾਤ ਦੇ ਵਿੱਚ, ਜੋ ਹਰ ਕੋਈ ਬੰਦਾ ਜਿਹੜਾ ਬਜ਼ੁਰਗ ਇਹੀ ਸ਼ਿਕਾਇਤ ਕਰਦਾ ਕਿ ਭਾਈ ਉਹ ਜ਼ਮਾਨਾ ਨਹੀਂ ਰਿਹਾ, ਬੱਚੇ ਆਖੇ ਨਹੀਂ ਲੱਗਦੇ ਹਨ, ਬੱਚੇ ਸੁਣਦੇ ਨਹੀਂ ਹਨ, ਕਿਉਂਕਿ ਆਪਾਂ ਤਾੜਨਾ ਨਹੀਂ ਕਰ ਸਕਦੇ ਆ। ਜੇ ਤਾੜਨਾ ਕਰਦੇ ਹੋ ਤੇ ਮੁਕਦਮੇ ਦਰਜ ਹੋ ਜਾਂਦੇ। ਲੇਕਿਨ ਪਿਆਰਿਓ, ਕਈ ਵਾਰੀ ਬੱਚਿਆਂ ਨੂੰ, ਹਾਂ ਕਈ ਬੱਚੇ ਜੋ ਹੁੰਦੇ ਬੜੇ ਸਿਆਣੇ ਹੁੰਦੇ, ਬੜੇ ਸਮਝਦਾਰ ਹੁੰਦੇ, ਤੇ ਉਹਨਾਂ ਨੂੰ ਇਸ਼ਾਰਾ ਕਰ ਦਿਓ, ਸਮਝਾ ਦਿਓ, ਉਹ ਆਖੇ ਲੱਗ ਜਾਂਦੇ ਹਨ। ਲੇਕਿਨ ਕਈ ਬੱਚੇ ਪਿਆਰਿਓ ਜਿਨ੍ਹਾਂ ਦੀ ਮੱਤ ਬੜੀ ਵਿਗੜੀ ਹੋਈ ਹੁੰਦੀ ਹੈ, ਉਹਨੂੰ ਫਿਰ ਤਾੜਨਾ ਦੇਣੀ ਪੈਂਦੀ ਹੈ, ਉਹਨੂੰ ਫਿਰ ਕਈ ਵਾਰੀ ਧਮਕਾਉਣਾ ਪੈਂਦਾ, ਮਾਰਨਾ ਪੈਂਦਾ, ਤਾਂ ਜਾ ਕਰਕੇ ਉਹ ਬੱਚਿਆਂ ਦੀ ਮੱਤ ਟਿਕਾਣੇ ਆਉਂਦੀ ਹੈ, ਉਹ ਬੱਚੇ ਸਮਝਦੇ ਹਨ। ਸਵਪਨ ਆਤੰਕਾ ਜਾਗਤ ਸੂਤਾ। ਸਤਿਗੁਰੂ ਮਹਾਰਾਜ ਜੀ ਨੂੰ ਮਾਨਚੰਦ ਕਹਿੰਦਾ, ਮਹਾਰਾਜ ਮੈਂ ਤਾਂ ਸੁੱਤਾ ਹੋਇਆ ਸੀ ਤੇ ਸੁਪਨਾ ਮੈਨੂੰ ਸੁੱਤੇ ਹੋਇਆਂ ਨੂੰ ਆਇਆ, ਬਹੁਤ ਪਰੇਸ਼ਾਨ ਹੋ ਗਿਆ। ਜਿਸ ਤਰ੍ਹਾਂ ਕੋਈ ਸੁੱਤਾ ਹੋਇਆ ਬੰਦਾ ਉਹ ਸੁਪਨਾ ਤੱਕਦਾ ਹੋਵੇ, ਵੇਖਦਾ ਹੋਵੇ, ਜਾ ਕਰਕੇ ਡੰਡਾ ਮਾਰੋ, ਇੱਕ ਤਾਂ ਉਹਦਾ ਉਹ ਸੁਪਨਾ ਵੀ ਟੁੱਟ ਜਾਂਦਾ ਤੇ ਉਹਦੀ ਨੀਂਦ ਵੀ ਟੁੱਟ ਜਾਂਦੀ ਹੈ। ਕਹਿੰਦਾ ਮਹਾਰਾਜ ਇਹ ਅਗਿਆਨਤਾ ਰੂਪੀ ਨੀਂਦ ਇਹ ਵੀ ਟੁੱਟ ਗਈ ਤੇ ਅਵਿਦਿਆ ਰੂਪੀ ਜੋ ਸੁਪਨਾ ਚੱਲ ਰਿਹਾ ਸੀ, ਆ ਡੰਡਾ ਮਾਰ ਕਰਕੇ ਮਹਾਰਾਜ ਉਹ ਵੀ ਖਤਮ ਹੋ ਗਿਆ। ਦੋਹਰਾ ਜੌਨ ਕਸ਼ਟ ਗੁਰ ਕਹਿਤ ਜਹ ਮਾਨ ਚੰਦ ਸੁਨ ਮੀਤ। ਸਤਿਗੁਰੂ ਮਹਾਰਾਜ ਜੀ ਨੇ ਅੱਗੇ ਕਿਹਾ ਕਿ ਵੇ ਮਿੱਤਰਾ ਮਾਨ ਚੰਦਾ, ਜੌਨ ਕਸ਼ਟ, ਇਹ ਜੋ ਕਸ਼ਟ ਤੂੰ ਕਹਿੰਦਾ ਨਾ, ਇਹਦੇ ਬਾਬਤ ਸੁਣਨਾ ਕਰ। ਸੁਵਤ ਭਲਾਵਤ ਖਿਨਕ ਮੈਂ ਹੈ ਮੁਕਤ ਰਾਮ ਕਰ ਚੀਤ। ਬਸ ਇਹ ਡੰਡਾ ਜਿਹੜਾ ਹੈ, ਇਹ ਡੰਡੇ ਨੂੰ ਡੰਡਾ ਨਾ ਜਾਣਨਾ ਕਰ, ਇਹ ਅਕਲਦਾਨ, ਇਹ ਕਿਰਪਾ ਦਾ ਡੰਡਾ ਜਾਣਨਾ ਕਰ। ਦੇਖ ਇਹ ਕਿਰਪਾ ਰੂਪੀ ਡੰਡਾ ਜਿਹੜਾ ਹੈ, ਸ਼ੁਵਤ ਪਲਾਵਤ ਥੇ ਖਿਨਕ ਮੈਂ, ਛਿਣ ਮਾਤਰ ਦੇ ਵਿੱਚ ਡੰਡਾ ਜਦੋਂ ਵੱਜ ਗਿਆ, ਤੈਨੂੰ ਜਦੋਂ ਡੰਡਾ ਲੱਗਿਆ ਨਾ, ਉਸੇ ਵੇਲੇ ਤੇਰੀ ਮੱਤ ਜਿਹੜੀ ਹੈ ਪਲਟ ਗਈ ਹੈ, ਮੱਤ ਤੇਰੀ ਨਿਰਮਲ ਹੋ ਗਈ ਹੈ, ਮੁਕਤ ਰਾਮ ਕਰ ਚੀਤ, ਤੇ ਹੁਣ ਤੈਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ, ਮੁਕਤੀ ਦਾ ਮਾਰਗ ਤੇਰੇ ਹਿਰਦੇ ਦੇ ਵਿੱਚ ਵਸ ਜਾਵੇਗਾ। ਚੌਪਈ ਜਨਮ ਮਰਨ ਕੇ ਸਾਧਨ ਜੋ। ਸਤਿਗੁਰੂ ਮਹਾਰਾਜ ਜੀ ਨੇ ਅੱਗੇ ਬਚਨ ਕਰਨਾ ਕੀਤਾ ਕਿ ਜੋ ਜਨਮ ਤੇ ਮਰਨ ਦੇ ਜੋ ਸਾਧਨ ਹਨ, ਭਏ ਇੱਕ ਛਿਨ ਮੈਂ ਸੂ। ਵੱਡੇ ਵੱਡੇ ਜਿਹੜੇ ਮਹਾਂਪੁਰਖ ਜਿਹੜੇ ਹਨ, ਜੇ ਇਹੋ ਜਿਹਾ ਜੇ ਕਿਰਪਾ ਦਾ ਡੰਡਾ ਵੱਜ ਜਾਵੇ ਨਾ, ਤੇ ਸੱਚ ਜਾਣ ਇੱਕ ਛਿਣ ਦੇ ਵਿੱਚ ਉਹ ਵੱਡੇ ਮਹਾਂਪੁਰਖ ਉਹ ਸਿੱਧ ਬਣ ਜਾਂਦੇ ਹਨ। ਇਸ ਕਰਕੇ ਪਹਿਲਾਂ ਵੀ ਪਿਆਰਿਓ ਬਹੁਤ ਸਾਰੇ ਇਹੋ ਜਿਹੇ ਮਹਾਂਪੁਰਖ ਹੁੰਦੇ ਸਨ ਜਿਨ੍ਹਾਂ ਨੇ ਐਨ ਡੰਡਾ ਆਦਿਕ ਬਹੁਤ ਸਖਤੀ ਦੇ ਨਾਲ ਉਹ ਫਿਰ ਇਹ ਕਰਦੇ। ਤੇ ਜਿਹਨੂੰ ਆਪਾਂ ਟਕਸਾਲ ਬੋਲਦੇ ਨਾ, ਅਸਲ ਦੇ ਵਿੱਚ ਟਕਸਾਲ ਦਾ ਮਤਲਬ ਹੁੰਦਾ ਜਿੱਥੇ ਸਿੱਕੇ ਘੜਦੇ ਹਨ। ਟਕਸਾਲ ਫਿਰ ਬਾਅਦ ਵਿੱਚ ਹੁਣ ਆਪਾਂ ਜਿੱਥੇ ਵਿਦਿਅਕ ਅਦਾਰਾ ਜਿਹੜਾ ਹੈ, ਜਿੱਥੇ ਬੱਚਿਆਂ ਨੂੰ ਪੜਾਇਆ ਜਾਂਦਾ, ਉਹਦੇ ਵਾਸਤੇ ਆਪਾਂ ਇਹ ਸ਼ਬਦ ਵਰਤਦੇ ਹਾਂ। ਲੇਕਿਨ ਅਸਲ ਦੇ ਵਿੱਚ ਜਿੱਥੇ ਬੱਚਿਆਂ ਨੂੰ ਪੜਾਇਆ ਜਾਵੇ ਉਹਨੂੰ ਪਾਠਸ਼ਾਲਾ ਜਾਂ ਚਾਟਸ਼ਾਲਾ ਉਹਨੂੰ ਬੋਲਦੇ। ਟਕਸਾਲ ਜਿਹੜਾ ਹੈ ਇਹ ਗੁਰਮਤ ਦਾ ਬੋਲਾ ਹੈ, ਇਹ ਗੁਰਮਤ ਨੇ ਪੜਾਈ ਦੇ ਵਿਦਿਅਕ ਅਦਾਰੇ ਨੂੰ ਆ ਜਿਹੜਾ ਬੋਲਾ ਜਿਹੜਾ ਪ੍ਰਦਾਨ ਕਰਨਾ ਕੀਤਾ ਕਿ ਇਹ ਟਕਸਾਲ। ਅਸਲ ਦੇ ਵਿੱਚ ਟਕਸਾਲ ਦੇ ਮਾਇਨੇ ਹਨ, ਇਹ ਅਰਥ ਹੈ ਕਿ ਜਿਸ ਤਰ੍ਹਾਂ ਕੋਈ ਨਿਕੰਮਾ ਲੋਹਾ ਜਿਹੜਾ ਹੁੰਦਾ, ਲੋਹਾ ਤਾਂ ਪਿਆਰਿਓ ਜਿਹੜੀ ਮਾਇਆ ਹੁੰਦੀ ਨਾ, ਪੈਸੇ ਕਰੰਸੀ ਜਿਹੜੀ ਹੁੰਦੀ ਹੈ,
ਚਿੱਲਰ ਮਾਇਆ ਧਨ ਜਿਹੜਾ ਹੁੰਦਾ ਉਹ ਪਿਆਰਿਓ ਨਿਕੰਮਾ ਹੁੰਦਾ। ਤੇ ਨੋਟ ਜਿਹੜੀ ਹੈ ਅੱਜ ਕੱਲ ਤਾਂ ਸਿੱਕੇ ਘੱਟ ਚੱਲਦੇ, ਨੋਟਾਂ ਚੱਲਦੀਆਂ। ਨੋਟ ਵੇਖ ਲਓ ਤੇ ਦੂਜਾ ਕਾਗਜ਼ ਦੇ ਵਿੱਚ ਪਿਆਰਿਓ ਕੋਈ ਅੰਤਰ ਨਹੀਂ ਹੁੰਦਾ, ਬੜਾ ਅੰਤਰ ਨਹੀਂ ਹੁੰਦਾ। ਇੱਕ 2000 ਦੀ ਨੋਟ ਲੈ ਲਿਓ, ਉਹਦੇ ਵਰਗਾ ਕਾਗਜ਼ ਜੇ ਤੁਸੀਂ ਬਣਾਉਣਾ ਹੋਵੇ ਬਸ 10-15 ਰੁਪਏ ਦਾ ਕਾਗਜ਼ ਆ ਜਾਂਦਾ। ਲੇਕਿਨ ਮਾਨਤਾ ਕਿਉਂ ਹੈ? ਉਹ ਨੋਟ ਜਿਹੜੀ ਹੈ ਉਹਦੇ ਉੱਤੇ ਪਿਆਰਿਓ ਸਿੱਕਾ ਲੱਗਦਾ ਹੈ, ਤੇ ਜਦੋਂ ਉਹਦੇ ਉੱਤੇ ਸਿੱਕਾ ਲੱਗ ਜਾਂਦਾ ਉਹਦੇ ਵਿੱਚ ਘਾੜਤ ਘਟਦੀ ਹੈ ਤਾਂ ਉਹ ਫਿਰ ਆਮ ਕਾਗਜ਼ ਨਹੀਂ ਰਹਿ ਜਾਂਦਾ, ਉਹ ਫਿਰ ਕਰੰਸੀ ਬਣ ਜਾਂਦੀ, ਉਹ ਨੋਟ ਬਣ ਜਾਂਦਾ ਹੈ। ਜਿਸ ਤਰ੍ਹਾਂ ਕਿ ਕੋਈ ਲੋਹੇ ਦਾ ਟੁਕੜਾ ਹੁੰਦਾ ਹੈ, ਆਮ ਪਿਆਰਿਓ ਲੋਹਾ ਜਿਹੜਾ ਹੈ ਫਿਰ ਉਹ ਲੋਹੇ ਦੇ ਵਿੱਚ ਤੇ ਇੱਕ ਕਰੰਸੀ ਜਿਹੜੀ ਹੈ ਮਾਇਆ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਲੋਹਾ ਨਿਕੰਮਾ ਤੇ ਕਾਗਜ਼ ਆਦਿਕ ਲਿਆ ਕਰਕੇ ਉਹਦੇ ਉੱਤੇ ਛਾਪ ਲਾਈ ਜਾਂਦੀ ਹੈ, ਉਹਨੂੰ ਸਵਾਰਿਆ ਜਾਂਦਾ। ਇਸ ਤਰ੍ਹਾਂ ਹੀ ਜਿਹੜੇ ਵਿਦਿਅਕ ਅਦਾਰੇ ਹਨ, ਟਕਸਾਲਾਂ ਜਿਹੜੀਆਂ ਹਨ, ਕਈ ਵਿਗੜੇ ਤਿਗੜੇ ਬੱਚੇ ਜਿਹੜੇ ਹਨ ਉਹਨਾਂ ਨੂੰ ਐਨ ਸੂਤਰ ਦੇ ਵਿੱਚ ਲਿਆ ਕਰਕੇ ਚੰਗੀ ਤਰ੍ਹਾਂ ਸੂਤ ਕਰਕੇ ਮੋਹਰ ਲਾ ਕਰਕੇ ਫਿਰ ਉਹ ਨਿਕੰਮੇ ਲੋਹੇ ਤੋਂ ਜਦੋਂ ਮੋਹਰ ਲੱਗ ਜਾਂਦੀ ਹੈ ਉਹਦੀ ਕਦਰ ਪੈ ਜਾਂਦੀ। ਨਿਕੰਮੇ ਕਾਗਜ਼ ਤੋਂ ਜਦੋਂ ਉਹਦੇ ਉੱਤੇ ਮੋਹਰ ਲੱਗ ਜਾਂਦੀ ਹੈ, ਛਾਪਾ ਲੱਗ ਜਾਂਦਾ ਟਕਸਾਲ ਦਾ, ਤਾਂ ਪਿਆਰਿਓ ਉਹ ਐਥੈਂਟਿਕ ਹੋ ਜਾਂਦੀ ਹੈ। ਫਿਰ ਆਪਾਂ ਕਹਿੰਦੇ ਆ ਆਮ ਕਾਗਜ਼ ਨਹੀਂ ਰਹਿ ਜਾਂਦਾ, ਫਿਰ ਉਹਦਾ ਇੱਕ ਮਾਇਨਾ ਬਦਲ ਜਾਂਦਾ, ਫਿਰ ਉਹ ਕਾਗਜ਼ ਨਹੀਂ ਰਹਿ ਜਾਂਦਾ, ਉਹ ਸਾਡੇ ਵਾਸਤੇ ਨੋਟ ਕਰੰਸੀ ਬਣ ਜਾਂਦੀ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਬਚਨ ਕਰਨਾ ਕੀਤਾ ਕਿਹਾ ਕਿ ਆਹ ਡੰਡਾ ਜਿਹੜਾ ਨਾ ਭਾਈ ਇਹ ਇੱਕ ਮੋਹਰ ਲਾਈ ਹੈ, ਬਸ ਇੱਕ ਮੋਹਰ ਦੇ ਵਿੱਚ ਹੀ ਤੂੰ ਸਿੱਧ ਬਣ ਗਿਆ, ਤੇਰੇ ਉੱਤੇ ਕਿਰਪਾ ਹੋ ਗਈ। ਇਸ ਪ੍ਰਕਾਰ ਤਹਿ ਕਰਿਓ ਨਿਹਾਲ। ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਮਾਨ ਚੰਦ ਨੂੰ ਨਿਹਾਲ ਕਰਨਾ ਕੀਤਾ। ਆਨ ਥਾਨ ਗਮਨੇ ਪੁਨ ਦਿਆਲਾ। ਫਿਰ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਨ ਅਸਥਾਨ, ਸਤਿਗੁਰੂ ਮਹਾਰਾਜ ਉੱਥੇ ਜਾ ਰਹੇ ਹਨ। ਹੁਣ ਆਨ ਅਸਥਾਨ ਦੂਜਾ ਕਿਹੜੇ ਇਲਾਕੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਜਾਂਦੇ, ਉੱਥੇ ਮਹਾਰਾਜ ਜੀ ਨੇ ਕੀ ਸਿੱਖਿਆ ਦੇਣੀ ਹੈ, ਇੱਥੇ ਅਧਿਆਇ ਦੀ ਸਮਾਪਤੀ ਹੈ। ਆਉਣ ਵਾਲਾ ਅਧਿਆਇ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਹੈ। ਫਿਰ ਪਿਆਰਿਓ ਅਖੀਰ ਦੇ ਵਿੱਚ ਪ੍ਰਬੰਧਕਾਂ ਵੱਲੋਂ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਖਤ ਸਾਹਿਬ ਜੀ ਦਾ ਪ੍ਰਬੰਧਕੀ ਬੋਰਡ ਉਹਨਾਂ ਵੱਲੋਂ ਵਿਕਾਸ ਦੇ ਬਹੁਤ ਸਾਰੇ ਕਾਰਜਾਂ ਦੀ ਆਰੰਭਤਾ ਹੋ ਚੁੱਕੀ ਹੈ। ਵਿਸ਼ੇਸ਼ ਕਰਕੇ ਬਹੁ ਮੰਜ਼ਲਾ ਇਮਾਰਤ ਮਾਤਾ ਗੁਜਰੀ ਜੀ ਕੰਪਲੈਕਸ ਜੋ ਹੈ ਸੰਗਤਾਂ ਦੇ ਰਿਹਾਇਸ਼ ਵਾਸਤੇ ਜਿੱਥੇ ਪ੍ਰਬੰਧ ਕੀਤਾ ਜਾਵੇਗਾ, ਆਲੀਸ਼ਾਨ ਕਮਰੇ ਬਣਾਏ ਜਾਣਗੇ। 650 ਦੀ ਇਹਦੀ ਗਿਣਤੀ ਹੈ ਕਮਰਿਆਂ ਦੀ। ਇੱਕ ਕਮਰੇ ਦੀ ਭੇਟਾ 15 ਲੱਖ ਰੁਪਈਏ ਹੈ ਤੇ ਨਾਲ ਇਹ ਸਾਰਾ ਇਹ ਬਿਲਡਿੰਗ ਦੇ ਉੱਤੇ 110 ਕਰੋੜ ਦਾ ਖਰਚਾ ਆਵੇਗਾ ਤੇ ਬੱਚਿਆਂ ਨੂੰ ਪੜਾਉਣ ਵਾਸਤੇ ਆਧੁਨਿਕ ਸਕੂਲ ਜਿਹੜਾ ਉਹ ਵੀ ਬਣਾਇਆ ਜਾਣ ਵਾਲਾ, ਉਹਦੀ ਲਾਗਤ ਜਿਹੜੀ ਹੈ 40 ਕਰੋੜ ਦੇ ਕਰੀਬ ਦੀ ਲਾਗਤ ਹੈ। ਸੋ ਇਸ ਤਰ੍ਹਾਂ ਜੇ ਪੂਰਾ ਆਪਾਂ ਜੁਮਲਾ ਕਰਦੇ ਹਾਂ 150 ਕਰੋੜ ਦੀ ਲਾਗਤ ਦੇ ਨਾਲ ਇਹ ਵਿਕਾਸ ਕਾਰਜ ਤਖਤ ਸਾਹਿਬ ਜੀ ਦੇ ਵੱਲੋਂ ਤਖਤ ਸਾਹਿਬ ਜੀ ਦੇ ਵਿੱਚ ਹੋਣ ਵਾਲੇ ਹਨ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਜੋ ਦਸਵੰਧ ਦੀ ਮਾਇਆ ਗੁਰੂ ਘਰ ਦੇ ਵਿੱਚ ਇਹਨਾਂ ਵਿਕਾਸ ਕਾਰਜਾਂ ਦੇ ਵਿੱਚ ਦੇ ਕਰਕੇ ਗੁਰੂ ਘਰ ਨੂੰ ਸਹਿਯੋਗ ਦੇ ਕਰਕੇ ਆਪਣਾ ਜੀਵਨ ਸਫਲਾ ਕਰੋ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮੱਧ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। हे ठाकुर हूँ दासरो, मैं निर्गुण गुण नहीं कोय। नानक दीजै नाम दान, राखों ही है परोए। आए प्रभ शरणागति, कृपा निध दयाल। एक अखर हर मन बसत,
ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿੰਗ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਛੋਜੀ ਪਿਆਰੇ ਗੋਬਿੰਦ ਸਿੰਘ ਜੀ, ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋਨੇ